ਪੰਜਾਬ ਦੇ ਵਿੱਚ ਅੱਜ ਕਾਂਗਰਸੀਆਂ ਦੀ ਵੱਡੀ ਫੌਜ ਅਲਕਾ ਲਾਂਬਾ ਦੇ ਹੱਕ ਵਿੱਚ ਨਿਤਰੀ ਬਾਵਜੂਦ ਇਸ ਦੇ ਪੰਜਾਬ ਪੁਲਿਸ ਨੇ ਲਾਂਬਾ ਨੂੰ ਕਹਿੰਦੇ ਕੋਈ ਸਵਾਲ ਨਹੀਂ ਪੁੱਛਿਆ। ਲਾਂਬਾ ਨੇ ਵੱਡੇ ਇਲਜ਼ਾਮ ਕੇਜਰੀਵਾਲ ਤੇ ਲਾਏ ਨੇ। ਨਵਜੋਤ ਸਿੰਘ ਸਿੱਧੂ ਕਹਿੰਦੇ ਦਿੱਲੀ ਵਾਲੇ ਨੇ ਮਾਨ ਨੂੰ ਦੱਬ ਕੇ ਰੱਖ ਦਿੱਤਾ। ਪੰਜਾਬੀਆਂ ਨੂੰ ਫਿਲਹਾਲ ਮਾਸਕ ਪਾਉਣ ਦੀ ਲੋੜ ਨਹੀਂ ਹੈ, ਜੁਰਮਾਨਾ ਨਹੀਂ ਲੱਗੂਗਾ। ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ ਦੇ ਐਮਰਜੈਂਸੀ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਸਮੇਤ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ। ਸ਼ੁਰੂਆਤ ਕਰਾਂਗੇ ਕੱਲ ਦੀ ਲੋਕ ਰਾਏ ਦੇ ਨਤੀਜੇ ਤੋਂ। ਕੱਲ ਦੀ ਲੋਕ ਰਾਏ ਸੀ ਕਿ ਦਿੱਲੀ ਤੇ ਪੰਜਾਬ ਦੇ ਵਿਚਾਲੇ ਜਿਹੜਾ ਗਿਆਨ ਵੰਡਣ ਦਾ ਸਮਝੌਤਾ ਹੋਇਆ ਉਹ ਸਹੀ ਹੈ ਜਾਂ ਨਹੀਂ। 82% ਸਾਡੇ ਦਰਸ਼ਕਾਂ ਨੇ ਸਮਝੌਤੇ ਨੂੰ ਸਹੀ ਦੱਸਿਆ, ਜਦਕਿ 18% ਨੇ ਗਲਤ ਦੱਸਿਆ ਹੈ। ਅੱਜ ਦੀ ਲੋਕ ਰਾਏ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿੰਗਾਈ ਨੂੰ ਘੱਟ ਕਰਨ ਦੇ ਲਈ ਸੂਬਾ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਪੈਟਰੋਲ ਤੇ ਡੀਜ਼ਲ ਤੇ ਆਪੋ ਆਪਣੇ ਸੂਬੇ ਦੇ ਵਿੱਚ ਸੂਬਾ ਸਰਕਾਰ ਵਾਲਾ ਵੈਟ ਘਟਾ ਦੇਣ। ਇਸ ਬਿਆਨ ਨੂੰ ਤੁਸੀਂ ਕਿੰਨਾ ਸਹੀ ਮੰਨਦੇ ਹੋ, ਇਸ ਤੇ ਤੁਸੀਂ ਆਪਣੀ ਰਾਏ ਜ਼ਰੂਰ ਦਿਓ, ਕਿਉਂਕਿ ਪ੍ਰਧਾਨ ਮੰਤਰੀ ਨੇ ਇਹ ਤਰਕ ਦਿੱਤਾ ਹੈ ਕਿ ਕੇਂਦਰ ਸਰਕਾਰ ਨੇ ਵੀ ਪੈਟਰੋਲ ਡੀਜ਼ਲ ਤੇ ਵੈਟ ਘਟਾ ਦਿੱਤਾ ਸੀ। ਪਿਛਲੇ ਸਾਲ ਘਟਾਇਆ ਗਿਆ ਸੀ, ਪਰ ਕੀ ਉਸ ਦੇ ਨਾਲ ਮਹਿੰਗਾਈ ਹੈ ਜਿਹੜੀ ਉਹ ਘਟੀ ਹੈ? ਰੇਟ ਨੇ ਜਿਹੜੇ ਉਹ ਵਧਣੇ ਰੁਕ ਗਏ ਨੇ? ਇਹ ਵੀ ਵੱਡੇ ਸਵਾਲ ਨੇ। ਖੈਰ, ਖਬਰਾਂ ਵਿਸਤਾਰ ਦੇ ਨਾਲ ਗੱਲ ਪੰਜਾਬ ਤੋਂ ਕਰਾਂਗੇ। ਕਾਂਗਰਸੀ ਲੀਡਰ ਅਲਕਾ ਲਾਂਬਾ ਪਾਰਟੀ ਆਗੂਆਂ ਦੇ ਨਾਲ ਰੂਪਨਗਰ ਥਾਣੇ ਦੇ ਵਿੱਚ ਪਹੁੰਚੀ, ਪਰ ਇਹ ਪੁਲਿਸ ਮੂਰੇ ਪੇਸ਼ੀ ਘੱਟ ਲੱਗਦੀ ਸੀ, ਬਲਕਿ ਕਾਂਗਰਸ ਦਾ ਸ਼ਕਤੀ ਪ੍ਰਦਰਸ਼ਨ ਜ਼ਿਆਦਾ ਲੱਗ ਰਿਹਾ ਸੀ। ਪੇਸ਼ੀ ਹੋਈ, ਪੇਸ਼ੀ ਤੋਂ ਪਹਿਲਾਂ ਕੀ ਮਾਹੌਲ ਬਣਿਆ ਹੋਇਆ ਸੀ ਤੇ ਬਾਅਦ ਦਾ ਕੀ ਮਾਹੌਲ ਬਣਿਆ ਹੋਇਆ ਸੀ, ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ। ਕਾਂਗਰਸ ਦੀ ਲੀਡਰ ਅਲਕਾ ਲਾਂਬਾ ਵੱਡੇ ਲੀਡਰਾਂ ਸਣੇ ਰੂਪਨਗਰ ਦੇ ਪੁਲਿਸ ਥਾਣੇ ਦੇ ਵਿੱਚ ਪਹੁੰਚੀ। ਜਦੋਂ ਪਹੁੰਚੀ ਉੱਥੇ ਵੀ ਵਰਕਰਾਂ ਦਾ ਵੱਡਾ ਇਕੱਠ ਸੀ। ਤਕਰੀਬਨ ਸਾਰੇ ਪਾਰਟੀ ਦੇ ਵੱਡੇ ਲੀਡਰ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਨਵਜੋਤ ਸਿੰਘ ਸਿੱਧੂ, ਵਰਿੰਦਰ ਢਿੱਲੋਂ ਤੇ ਹੋਰ ਜਿਹੜੇ ਪਾਰਟੀ ਦੇ ਮੇਲ ਫੀਮੇਲ ਲੀਡਰ ਸਾਰੇ ਇੱਥੇ ਪਹੁੰਚੇ ਹੋਏ ਸੀ। ਪੇਸ਼ੀ ਤੋਂ ਬਾਅਦ ਅਲਕਾ ਲਾਂਬਾ ਨੇ ਦੋਸ਼ ਲਾਇਆ ਕਿ ਉਸ ਤੋਂ ਨਾ ਕੋਈ ਪੁੱਛਗਿੱਛ ਕੀਤੀ ਗਈ, ਨਾ ਕੋਈ ਸਵਾਲ ਪੁੱਛਿਆ ਗਿਆ, ਸਿਰਫ ਸਾਡਾ ਸਮਾਂ ਬਰਬਾਦ ਕੀਤਾ ਗਿਆ ਹੈ। ਅਲਕਾ ਨੇ ਕਿਹਾ ਕਿ ਪੁੱਛਗਿੱਛ ਇਸ ਕਰਕੇ ਨਹੀਂ ਸ਼ਾਇਦ ਹੋਈ ਕਿਉਂਕਿ ਅਰਵਿੰਦ ਕੇਜਰੀਵਾਲ ਬਿਜ਼ੀ ਨੇ ਤੇ ਉਹਨਾਂ ਨੇ ਸਵਾਲ ਲਿਖ ਕੇ ਨਹੀਂ ਭੇजे कि मेरे तो केड़े पूछे जाने ने। मैं कह रही हूँ आप पूछताछ करिए। अब पूछताछ के बहाने ये है कि अब डॉक्टर कुमार विश्वास कोर्ट चलेंगे तो फाइल जो है वो कोर्ट में है, हमें पता ही नहीं। फाइल आप ही ने दे दी, आप ही को तो पता है उस फाइल में क्या है, क्या सवाल क्या पूछना था, पूछिए। वो अब पूछना नहीं है, आज नहीं पूछताछ होगी। अब आप चौकी थाने चले जाइए, हाजिरी लगाइए। हाजिरी तो आपका SIT के चेयरमैन जिन्होंने पूछताछ करनी यहाँ बैठे, आप बैठे, पूरा मीडिया हाजिरी लगा लीजिए। नहीं, आप थाने जाइए, हाजिरी लगानी होगी। अगली डेट पर हम दोबारा आपको यहाँ पर बुलाएंगे, आपको आना होगा। साफ साफ पॉलिटिकल वेंडेटा है, साफ साफ। दिल्ली की बेटी को केजरीवाल ने, मेरी और केजरीवाल की जो लड़ाई दिल्ली की है उसे पंजाब में घसीट कर लाएंगे। दिल्ली में केजरीवाल को महंगा पड़ेगा। बदलाव की राजनीति करने का दावा करने वाले बदले की राजनीति करने आ गए हैं। चुनाव पे जिन नशा माफियाओं पे जेल भेजेंगे, पुराने बयान पे कायम है, बिल्कुल कायम। वो दोहराऊंगी। ਅਲਕਾ ਲਾਂਬਾ ਦੇ ਨਾਲ ਕਾਂਗਰਸ ਦੇ 5 ਸੀਨੀਅਰ ਲੀਡਰ ਵੀ SSP ਦਫ਼ਤਰ ਦੇ ਅੰਦਰ ਗਏ। ਪਾਰਟੀ ਪ੍ਰਧਾਨ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ, ਵਰਿੰਦਰ ਢਿੱਲੋਂ ਤੇ ਰਾਜਕੁਮਾਰ ਚੱਬੇਵਾਲ ਇਹ ਅਲਕਾ ਲਾਂਬਾ ਦੇ ਨਾਲ ਪੁੱਛਗਿੱਛ ਦੇ ਵਿੱਚ ਅੰਦਰ ਵੀ ਗਏ। SSP ਦਫ਼ਤਰ ਦੇ ਬਾਹਰ ਵਰਕਰ ਲਗਾਤਾਰ ਰੋਸ ਮੁਜ਼ਾਹਰਾ ਕਰਦੇ ਰਹੇ, ਸਾਰੇ ਲੀਡਰ ਵੀ ਸ਼ਾਮਲ ਸਨ। ਲਾਂਬਾ ਨੂੰ ਸੰਮਨ ਭੇਜਣ ਖਿਲਾਫ ਕਾਂਗਰਸੀਆਂ ਵੱਲੋਂ ਲਾਏ ਧਰਨੇ ਤੋਂ ਬਾਅਦ ਲੀਡਰ ਤੇ ਵਰਕਰ ਪੁਲਿਸ ਦੀਆਂ ਰੋਕਾਂ ਤੋੜਨ ਤੋਂ ਬਾਅਦ ਸਕੱਤਰੇ ਦਾ ਗੇਟ ਟੱਪ ਕੇ SSP ਦਫ਼ਤਰ ਦੇ ਮੂਹਰੇ ਜਾ ਪਹੁੰਚੇ ਸੀ। ਸਦਰ ਥਾਣੇ ਦੇ ਮੂਹਰੇ ਪੁਲਿਸ ਨੇ ਰੋਕਾਂ ਵੀ ਲਾ ਦਿੱਤੀਆਂ ਸੀ। ਲਾਂਬਾ ਦੇ ਸਮਰਥਨ ਦੇ ਵਿੱਚ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦਾ ਨਾਮ ਦਿੱਤਾ। ਸਿੱਧੇ ਤੌਰ ਸਾਨੂੰ ਕਲੀਅਰ ਇੰਡੀਕੇਸ਼ਨਸ ਨੇ ਕਿ ਸਾਰਾ ਕੰਮ ਇਹ ਜਿਹੜਾ ਕੁਝ ਹੋ ਰਿਹਾ ਕੇਜਰੀਵਾਲ ਸਾਹਿਬ ਦੇ ਕਹਿਣ ਤੇ ਸਿੱਧੇ ਤੌਰ ਹੋ ਰਿਹਾ। ਇਹ ਬਹੁਤ ਅਫਸੋਸਨਾਕ ਹੈ, ਅਸੀਂ ਇਹਨੂੰ ਸੀਰੀਅਸਲੀ ਕੰਡੈਮ ਕਰਨੇ ਆ। ਇੱਕ ਸਾਡੀ ਕਾਂਗਰਸ ਦੀ ਸੀਨੀਅਰ ਲੀਡਰ ਨੂੰ, ਸਾਡੀ ਪੰਜਾਬ ਦੀ ਧੀ ਨੂੰ ਇੱਥੇ ਸੱਦ ਕੇ ਪੰਜਾਬ ਦੀ ਧਰਤੀ ਦੇ ਉੱਤੇ 2 ਮਹੀਨਿਆਂ ਬਾਅਦ, ਕੋਈ ਉਸ ਤੋਂ ਪਹਿਲੇ ਕੋਈ ਐਪਲੀਕੇਸ਼ਨ ਨਹੀਂ, 2 ਮਹੀਨਿਆਂ ਬਾਅਦ ਇਹ ਸਰਕਾਰ ਬਣਨ ਤੋਂ ਬਾਅਦ ਇੱਕ ਝੂਠੇ ਬਿਆਨ ਉੱਤੇ ਜਿਹੜੀ ਵਾਕਿਆਤ ਕੋਈ ਪੰਜਾਬ 'ਚ ਹੀ ਨਹੀਂ ਹੋਇਆ, ਰੋਪੜ ਵਿੱਚ ਨਹੀਂ ਹੋਇਆ, ਲੇਡੀ ਨੂੰ ਕਿਹਾ ਗਿਆ ਕਿ ਤੁਸੀਂ ਥਾਣੇ ਜਾ ਕੇ ਫਾਈਲ ਇਹਨਾਂ ਕੋਲ ਨਹੀਂ, ਇਨਵੈਸਟੀਗੇਸ਼ਨ ਕਹਿੰਦੇ ਅਸੀਂ ਜੁਆਇਨ ਨਹੀਂ ਕਰਾ ਸਕਦੇ ਕਿਉਂਕਿ ਫਾਈਲ ਸਾਡੇ ਕੋਲ ਨਹੀਂ।
ਤੇ ਅੱਜ ਕਹਿੰਦੇ ਥਾਣੇ ਜਾ ਕੇ ਹਾਜ਼ਰੀ ਲਾ ਕੇ ਆਓ ਜੀ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਸਿਆਸੀ ਬਦਲਾਖੋਰੀ ਦੀ ਸਰਕਾਰ ਚਲਾਈ ਜਾ ਰਹੀ ਹੈ। ਮਾਨ ਨੇ ਆਪਣੇ ਆਕਾ ਨੂੰ ਖੁਸ਼ ਕਰਨ ਦੇ ਲਈ ਕਾਂਗਰਸੀ ਲੀਡਰ ਅਲਕਾ ਲਾਂਬਾ ਦੇ ਘਰ ਬਿਨਾਂ ਕਿਸੇ ਜਾਣਕਾਰੀ ਤੋਂ ਪੰਜਾਬ ਪੁਲਿਸ ਨੂੰ ਭੇਜ ਦਿੱਤਾ, ਬਿਨਾਂ ਕਿਸੇ ਕਾਰਨ ਤੋਂ ਮੁਕੱਦਮਾ ਦਰਜ ਕੀਤਾ ਹੈ ਤੇ ਕਾਂਗਰਸ ਪਾਰਟੀ ਇਸ ਦਾ ਡਟ ਕੇ ਵਿਰੋਧ ਕਰਦੀ ਰਹੇਗੀ। ਦੁਸ਼ਮਣ ਦੀ ਮਾਂ ਤੁਹਾਡੀ ਮਾਂ ਹੈ, ਦੁਸ਼ਮਣ ਦੀ ਘਰ ਵਾਲੀ ਤੁਹਾਡੀ ਭੈਣ ਹੈ, ਉਹਨੂੰ ਤੁਸੀਂ ਆਪਦੀ ਭੈਣ ਤੋਂ ਵੱਧ ਟਰੀਟ ਕਰਨਾ ਹੈ। ਇਸ ਤਰ੍ਹਾਂ ਨਹੀਂ ਹੈ ਕਿ ਦਿੱਲੀ ਦੀ ਇੱਕ ਕੱਲੀ ਲੇਡੀਜ਼ ਜਿਹਨੇ ਇੱਥੇ ਆ ਕੇ ਸਾਡੀ ਭੈਣ ਨੇ ਸਾਰਾ ਇੱਥੇ ਆ ਕੇ ਪ੍ਰਚਾਰ ਪ੍ਰਸਾਰ ਕੀਤਾ ਪੰਜਾਬ ਦੇ ਅੰਦਰ, ਕੇਜਰੀਵਾਲ ਦੀ ਪੋਲ ਖੋਲਣ ਦਾ ਕੰਮ ਕੀਤਾ ਤੇ ਹੁਣ ਕੇਜਰੀਵਾਲ ਸਾਹਿਬ ਨੂੰ ਦਬਾ ਕੇ ਸਲਾਖਾਂ ਦੇ ਪਿੱਛੇ ਬੰਦ ਕਰਨਗੇ। ਬਿਲਕੁਲ ਮੈਂ ਇਹ ਚੇਤਾਵਨੀ ਦੇਣਾ ਚਾਹੁੰਦਾ ਕੇਜਰੀਵਾਲ ਸਾਹਿਬ, ਤੁਹਾਡੀ तमाम ਫੋਰਸ, ਤੁਹਾਡੇ ਭਗਵੰਤ ਸਿੰਘ ਮਾਨ, ਪਹਿਲਾਂ ਕਾਂਗਰਸ ਪਾਰਟੀ ਸਾਰੀ ਅੰਦਰ ਜਾਏਗੀ, ਫਿਰ ਸਾਡੀ ਅਲਕਾ ਲਾਂਬਾ ਜਾਏਗੀ। ਨਵਜੋਤ ਸਿੰਘ ਸਿੱਧੂ ਵੀ ਇੱਥੇ ਪਹੁੰਚੇ। ਇਸ ਨੂੰ ਭਲਵਾਨੀ ਫੇਰੀ ਕਿਹਾ ਜਾ ਸਕਦਾ ਹੈ। ਨਵਜੋਤ ਸਿੰਘ ਸਿੱਧੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਹੀਂ ਮਿਲੇ, ਪਰ ਪਾਰਟੀ ਦੇ ਕੁਝ ਵਰਕਰਾਂ ਅਤੇ ਲੀਡਰਾਂ ਨੂੰ ਜ਼ਰੂਰ ਮਿਲੇ ਤੇ ਛੇਤੀ ਹੀ ਧਰਨੇ ਵਾਲੀ ਥਾਂ ਤੋਂ ਚਲੇ ਗਏ। ਤੇ ਨਵਜੋਤ ਸਿੰਘ ਸਿੱਧੂ ਨੇ ਜਿੱਥੇ ਇਸ ਕਾਰਵਾਈ ਤੇ ਪੰਜਾਬ ਸਰਕਾਰ ਦੀ, ਪੰਜਾਬ ਪੁਲਿਸ ਦੀ ਨਿੰਦਿਆ ਕੀਤੀ, ਉੱਥੇ ਹੀ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਤਿੱਖੇ ਨਿਸ਼ਾਨੇ ਸਿੱਧੂ ਨੇ ਲਾਏ, ਤਿੱਖੇ ਸਵਾਲ ਕੀਤੇ ਅਤੇ ਕਿਹਾ ਕਿ ਜਦੋਂ ਤੁਸੀਂ 8 ਸਾਲ ਐਮਪੀ ਰਹੇ ਹੋ ਉਦੋਂ ਤੁਸੀਂ ਦਿੱਲੀ ਦਾ ਦੌਰਾ ਕਿਉਂ ਨਹੀਂ ਕੀਤਾ, ਸਕੂਲਾਂ ਹਸਪਤਾਲਾਂ ਦਾ ਦੌਰਾ ਕਿਉਂ ਨਹੀਂ ਕੀਤਾ। ਕਹਿੰਦੇ ਤੁਸੀਂ ਸਰਕਾਰ ਹੋ, ਅਸੀਂ ਵਿਰੋਧੀ ਧਿਰ ਹਾਂ, ਸਾਡੇ ਸਵਾਲ ਹੋਣਗੇ, ਅਸੀਂ ਸਵਾਲ ਕਰਦੇ ਰਹਾਂਗੇ, ਤੁਹਾਨੂੰ ਜਵਾਬ ਦੇਣੇ ਪੈਣਗੇ ਕਿਉਂਕਿ ਤੁਸੀਂ ਸਰਕਾਰ ਹੋ। ਜੇ ਅਸੀਂ ਕੁਝ ਗਲਤ ਕੀਤਾ ਤਾਂ ਸਾਨੂੰ ਉਹਦੀ ਸਜ਼ਾ ਮਿਲ ਗਈ, ਅਸੀਂ ਭੁਗਤ ਲਿਆ, ਲੋਕਾਂ ਨੇ ਤੁਹਾਨੂੰ ਜਿਤਾ ਦਿੱਤਾ, ਅਸੀਂ ਤੁਹਾਡਾ ਸਵਾਗਤ ਵੀ ਕੀਤਾ, ਵਧਾਈ ਵੀ ਦਿੱਤੀ। ਅੱਜ ਲੋਕਾਂ ਦੇ ਜਿਹੜੇ ਫੰਡਾਮੈਂਟਲ ਰਾਈਟ ਨੇ, ਰਾਈਟ ਟੂ ਸਪੀਚ, ਤੁਸੀਂ ਆਪਦੇ ਸੁਪਰੀਮੋ ਦੇ ਖਿਲਾਫ ਸੱਚ ਦੀ ਆਵਾਜ਼ ਕੱਢਣ ਦੇ ਲਈ ਤੁਸੀਂ ਧੀਆਂ ਭੈਣਾਂ ਦੇ ਕੇਸ ਬਣਾਤੇ। ਇਹ ਪਰਚਾ ਆਪ ਸੁਪਰੀਮੋ ਦੇ ਖਿਲਾਫ ਸੱਚ ਦੀ ਆਵਾਜ਼ ਨੂੰ ਦੱਬਣ ਦੇ ਲਈ ਹੈ। ਇਹ ਪਰਚਾ सच की बुलंद आवाज में दबने वास्ते है। उबलते दूध का उबाला रोकने वालों, सच्चाई को बुलंदे झूठ में झोंकने वालों, मैं सूरज हूँ, अंधेरा चीर के हर रोज निकलूंगा, मुझे क्या रोक पाओगे उजाला रोक। लेकिन केजरीवाल सच चमकूगा, सच प्रताड़ित हो जाता, पराजित नहीं होता। ਤੇ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਦੇ ਉਸ ਬਿਆਨ ਦਾ ਜਵਾਬ ਵੀ ਦਿੱਤਾ ਜਿਹਦੇ ਵਿੱਚ ਭਗਵੰਤ ਮਾਨ ਨੇ ਕਿਹਾ ਸੀ ਕਿ ਜੇ ਤੁਹਾਨੂੰ ਇੰਨਾ ਹੀ ਚਾਹ ਪੰਜਾਬ ਦੇ ਲਈ ਕੰਮ ਕਰਨ ਦਾ ਤਾਂ ਤੁਸੀਂ ਬਿਜਲੀ ਮੰਤਰੀ ਦਾ ਅਹੁਦਾ ਕਿਉਂ ਠੁਕਰਾਇਆ ਸੀ। ਤਾਂ ਸਿੱਧੂ ਨੇ ਜਵਾਬ ਦਿੱਤਾ ਕਿ ਬਿਜਲੀ ਮੰਤਰੀ ਮੈਂ ਇਸ ਕਰਕੇ ਨਹੀਂ ਬਣਿਆ ਸੀ ਕਿਉਂਕਿ ਮੰਤਰੀ ਕੋਲ ਕੋਈ ਅਖਤਿਆਰ ਹੀ ਨਹੀਂ ਸੀ, ਨਾ ਹੀ ਹੁਣ ਤੁਹਾਡੇ ਮੰਤਰੀ ਕੋਲ ਕੋਈ ਅਖਤਿਆਰ ਹੈ, ਪਰ ਅਸੀਂ ਇਸ ਤਰ੍ਹਾਂ ਕਿਸੇ ਦੇ ਪੈਰਾਂ ਥੱਲੇ ਨਹੀਂ ਉਤਰੇ ਸੀ। ਬੜੇ ਤਿੱਖੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਭਗਵੰਤ ਮਾਨ ਨੂੰ ਸੁਨੇਹੇ ਭੇਜੇ ਨੇ ਤੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਇਕਜੁੱਟ ਹੈ। ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਕਿ ਪੰਜਾਬ ਦੇ ਵਿੱਚ ਭੈ ਦੀ ਰਾਜਨੀਤੀ ਹੈ। ਉਹਨੂੰ ਕਹਾਂ ਮੈਂ ਬਿਜਲੀ ਮੰਤਰੀ ਇਸ ਕਰਕੇ ਨਹੀਂ ਬਣਿਆ ਵੀ ਬਿਜਲੀ ਮੰਤਰੀ ਦੇ ਕੋਲ ਕੋਈ ਅਖਤਿਆਰ ਹੀ ਹੈ ਨਹੀਂ, ਤੇਰੇ ਬਿਜਲੀ ਮੰਤਰੀ ਕੋਲ ਵੀ ਕੋਈ ਅਖਤਿਆਰ ਨਹੀਂ। 28 ਮੈਂਬਰਾਂ ਦਾ ਬੋਰਡ ਹੈ, IAS ਅਫਸਰ ਚਲਾਉਂਦੇ ਆ, ਤੇ ਕਾਕਾ ਤੇਰੇ 'ਚ ਤਾਂ ਕੋਈ ਗੈਰਤ ਹੈ ਨਹੀਂ। ਤੂੰ ਤਾਂ ਕਿਹਾ ਲਓ ਮਾਂਜ ਲਓ, ਪੰਜਾਬ ਨੂੰ ਲੁੱਟ ਲਓ। ਸਾਡੇ 'ਚ ਗੈਰਤ ਸੀ, ਅਸੀਂ ਨਹੀਂ ਕਿਸੇ ਦੀਆਂ ਨਹੀਂ ਅਸੀਂ ਨਹੀਂ ਕਿਸੇ ਦੀਆਂ ਪੈਰਾਂ ਦੇ ਥੱਲੋਂ ਦੀ ਉਤਰੇ, ਸਮਝਿਆ ਨਾ। ਇਹ ਪਤਾ ਲੱਗੂ ਤੈਨੂੰ ਕਿ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਸਰਕਾਰ ਕਿਵੇਂ ਚਲਾਉਣਾ ਹੈ। ਕੋਟ ਲਾ ਪਹਿਲਾਂ ਤਾਂ ਆਪਦੇ ਤੇ ਬੰਦੇ ਦਾ ਪੁੱਤ ਬਣ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਵੀ ਹੋਏ। ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਭੈ ਦੀ ਰਾਜਨੀਤੀ ਹੈ, ਸਾਡੇ ਮੁੱਖ ਮੰਤਰੀ ਨੂੰ ਪਤਾ ਹੀ ਕੁਝ ਨਹੀਂ। ਕਹਿੰਦੇ ਦਿੱਲੀ ਤੇ ਪੰਜਾਬ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਤੇ ਭਗਵੰਤ ਮਾਨ ਨੇ ਸੂਬੇ ਦੀ ਆਟੋਨਮੀ ਗਿਰਵੀ ਰੱਖ ਦਿੱਤੀ ਹੈ। ਕੀ ਕਦੇ ਦੇਖਿਆ ਕਿ ਸੂਬੇ ਦਾ ਕਿਸੇ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨਾਲ ਸਮਝੌਤਾ ਹੋਇਆ ਹੋਵੇ। ਕਹਿੰਦੇ ਕੇਜਰੀਵਾਲ ਨੇ ਜਿੰਨੀਆਂ ਵੀ ਅਨਾਉਂਸਮੈਂਟਸ ਕੀਤੀਆਂ ਨੇ, ਜਿੰਨੇ ਵੀ ਐਲਾਨ ਕੀਤੇ ਕਿ ਉਹਨਾਂ ਦੇ ਵਿੱਚੋਂ ਇੱਕ ਵੀ ਗਰੰਟੀ ਪੂਰੀ ਕੀਤੀ ਹੈ। 25,000 ਨੌਕਰੀਆਂ ਦੇਣ ਵਾਲਾ ਨੋਟੀਫਿਕੇਸ਼ਨ ਹਾਲੇ ਤੱਕ ਜਾਰੀ ਕਿਉਂ ਨਹੀਂ ਹੋਇਆ। ਮੁੱਖ ਮੰਤਰੀ ਮੇਰੀ ਗੱਲ ਨੂੰ ਸੁਣ, ਮੁੱਖ ਮੰਤਰੀ ਪੰਜਾਬ ਦਾ ਉਹਦਾ ਵਕਾਰ ਹੁੰਦਾ, ਜਿਹੜਾ ਬੰਦਾ ਜ਼ਮੀਰ ਗਿਰਵੀ ਧਰਦੇ, ਉਹਦੀ ਤਾਕਤ ਦਾ ਕੋਈ ਮਾਇਨਾ ਨਹੀਂ, ਕੋਈ ਮਾਇਨਾ ਨਹੀਂ ਇਹਦੀ ਤਾਕਤ ਦਾ। ਮਿੱਤਰਾ ਭਗਤ ਸਿੰਘ ਨੇ ਆਜ਼ਾਦੀ ਲਈ ਜਾਨ ਵਾਰਤੀ। ਪੀਲੀ ਪੱਗ ਦਾ ਮਹੱਤਵ ਇਹ ਹੈ ਕਿ ਉਹਦੇ ਵਿਚਾਰਾਂ ਦੀ ਜਿਹੜੀ ਬਿਜਲੀ ਅੱਜ ਵੀ ਚਮਕਦੀ ਹੈ ਸਾਡੇ ਦਿਲਾਂ ਦੇ ਵਿੱਚ, ਤੇ ਤੂੰ ਮਿੱਤਰਾ ਗਿਰਵੀ ਧਰਤਾ ਪੰਜਾਬ ਦਾ। ਗਿਰਵੀ ਇੱਕ ਯੂਨੀਅਨ ਟੈਰੀਟਰੀ ਨੂੰ ਤੂੰ ਨੌਲੇਜ, ਉਹਨਾਂ ਤੋਂ ਨੌਲੇਜ ਮੰਗ ਰਿਹਾ। ਜੇ ਤੁਹਾਨੂੰ ਨੌਲੇਜ ਨਹੀਂ ਸੀ ਫਿਰ ਸਰਕਾਰ ਕਾਹਲੀ ਬਣਾਈ ਸੀ। 99 MLA ਨੂੰ ਨੌਲੇਜ ਹੀ ਨਹੀਂ ਹੈ। ਤੇਰੇ ਯਾਰ ਨੂੰ ਦਬਣ ਨੂੰ ਫਿਰਦੇ, ਦਬਦਾ ਕਹਿੰਦੇ ਦਬਤਾ ਥੱਲੇ, ਦਬਤਾ ਤੂੰ ਦਬਤਾ ਮਿੱਤਰਾ, ਮਿੱਟੀ 'ਚ ਦਬਤਾ, ਐ ਪੈਰ ਧਰ ਲਿਆ ਉੱਪਰ,
ਸਮਝਿਆ ਨਾ? ਕਿਸਨੇ ਜੀ? ਕਿਸਨੇ? ਦਿੱਲੀ ਵਾਲੇ ਨੇ। ਤੇ ਰੋਪੜ ਪੁਲਿਸ ਦੇ ਮੂਹਰੇ ਪੇਸ਼ ਹੋਣ ਤੋਂ ਪਹਿਲਾਂ ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ ਤੇ ਤਿੱਖੇ ਇਲਜ਼ਾਮ ਵੀ ਲਾਏ। ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਹੈ ਤੇ ਕੇਜਰੀਵਾਲ ਪੰਜਾਬ ਪੁਲਿਸ ਦੀ ਦੁਰਵਰਤੋਂ ਕਰ ਰਹੇ ਨੇ। ਦਰਅਸਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕੀਤੀਆਂ ਗਈਆਂ ਟਿੱਪਣੀਆਂ ਦੇ ਕਾਰਨ ਪਿਛਲੇ ਸਮੇਂ ਦੇ ਵਿੱਚ ਚੋਣਾਂ ਤੋਂ ਪਹਿਲਾਂ ਕੀਤੀਆਂ ਗਈਆਂ ਟਿੱਪਣੀਆਂ ਦੇ ਇਲਜ਼ਾਮ ਦੇ ਵਿੱਚ ਪੰਜਾਬ ਵਿੱਚ ਦਰਜ ਹੋਏ ਕੇਸ ਲਈ ਰੋਪੜ ਪੁਲਿਸ ਨੇ ਅਲਕਾ ਲਾਂਬਾ ਨੂੰ ਤਲਬ ਕੀਤਾ ਸੀ। ਉਹਨਾਂ ਦੇ ਨਾਲ ਕੁਮਾਰ ਵਿਸ਼ਵਾਸ ਨੂੰ ਵੀ ਪੰਜਾਬ ਪੁਲਿਸ ਨੇ ਨੋਟਿਸ ਭੇਜਿਆ ਹੋਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੁਲਤਾਨਪੁਰ ਲੋਧੀ ਦੇ ਸਟੇਸ਼ਨ ਮਾਸਟਰ ਨੂੰ ਇੱਕ ਚਿੱਠੀ ਮਿਲੀ ਹੈ। ਇਸ ਚਿੱਠੀ ਦੇ ਵਿੱਚ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦਾ ਜ਼ਿਕਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਅਕਾਲੀ ਦਲ ਦੇ ਵੀ ਇੱਕ ਸੀਨੀਅਰ ਲੀਡਰ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪਟਿਆਲਾ ਦੇ ਕਾਲੀ ਮਾਤਾ ਮੰਦਿਰ ਤੇ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਨੂੰ ਵੀ ਧਮਕਾਇਆ ਗਿਆ ਹੈ। ਹਾਲਾਂਕਿ ਅਸੀਂ ਇਸ ਚਿੱਠੀ ਦੀ ਅਧਿਕਾਰਿਤ ਤੌਰ ਤੇ ਪੁਸ਼ਟੀ ਨਹੀਂ ਕਰਦੇ। ਖਬਰ ਲਖੀਮਪੁਰ ਖੀਰੀ ਕਤਲकांड ਦੇ ਨਾਲ ਜੁੜੀ ਹੋਈ ਹੈ। ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਦੇ ਜਸਟਿਸ ਰਾਜੀਵ ਸਿੰਘ ਨੇ ਲਖੀਮਪੁਰ ਖੀਰੀ ਹਿੰਸਾ ਸੰਬੰਧੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ਦੀ ਸੁਣਵਾਈ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਯਾਨੀ ਕਿ ਮਿਸ਼ਰਾ ਨੂੰ ਜ਼ਮਾਨਤ ਦੇਣ ਵਾਲੇ ਹਾਈ ਕੋਰਟ ਦੇ ਜੱਜ ਨੇ ਆਪਣੇ ਆਪ ਨੂੰ ਇਸ ਮਸਲੇ ਤੋਂ ਵੱਖ ਕਰ ਲਿਆ ਹੈ। ਸੁਪਰੀਮ ਕੋਰਟ ਨੇ 18 ਅਪ੍ਰੈਲ ਨੂੰ ਜ਼ਮਾਨਤ ਰੱਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਆਸ਼ੀਸ਼ ਨੇ ਐਤਵਾਰ ਨੂੰ ਲਖੀਮਪੁਰ ਖੀਰੀ ਦੀ ਸਥਾਨਕ ਅਦਾਲਤ ਦੇ ਵਿੱਚ ਸਰੈਂਡਰ ਕਰ ਦਿੱਤਾ ਸੀ। ਜਸਟਿਸ ਸਿੰਘ ਨੇ ਪਹਿਲਾਂ ਆਸ਼ੀਸ਼ ਨੂੰ ਜ਼ਮਾਨਤ ਦਿੱਤੀ ਸੀ, ਜਿਸ ਨੂੰ ਸੁਪਰੀਮ ਕੋਰਟ ਨੇ 18 ਅਪ੍ਰੈਲ ਨੂੰ ਰੱਦ ਕਰ ਦਿੱਤਾ ਸੀ। ਕੇਸ ਦੀ ਸੁਣਵਾਈ ਨਵੇਂ ਜੱਜ ਦੀ ਨਾਮਜ਼ਦਗੀ ਤੋਂ ਬਾਅਦ ਤੈਅ ਕੀਤੀ ਜਾਵੇਗੀ। ਪੰਜਾਬ ਦੇ ਵਿੱਚ ਬਿਜਲੀ ਸੰਕਟ ਲਗਾਤਾਰ ਗਹਿਰਾ ਹੁੰਦਾ ਜਾ ਰਿਹਾ ਹੈ। ਗੋਇੰਦਵਾਲ ਸਾਹਿਬ ਦੇ ਥਰਮਲ ਪਲਾਂਟ ਦੀ ਇੱਕ ਯੂਨਿਟ ਹੋਰ ਬੰਦ ਹੋ ਚੁੱਕੀ ਹੈ। ਥਰਮਲ ਪਲਾਂਟ ਵਿੱਚ 2 ਯੂਨਿਟ ਨੇ। 270 ਮੈਗਾਵਾਟ ਦੀ ਸਮਰੱਥਾ ਵਾਲਾ ਇੱਕ ਯੂਨਿਟ ਹੀ ਕੰਮ ਕਰ ਰਿਹਾ ਹੈ ਤੇ ਪੰਜਾਬ ਦੇ ਵਿੱਚ ਗਰਮੀ ਵਧਣ ਦੇ ਨਾਲ ਬਿਜਲੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਪੰਜਾਬੀਆਂ ਨੂੰ ਹੁਣ ਫੇਰ ਤੋਂ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਪਾਵਰਕਾਮ ਕਿੱਥੋਂ ਬਿਜਲੀ ਲਿਆਵੇ। 200 ਕਰੋੜ ਦੀ ਬਿਜਲੀ ਤਾਂ ਪਹਿਲਾਂ ਹੀ ਪਾਵਰਕਾਮ ਖਰੀਦ ਚੁੱਕਿਆ ਹੈ ਪਿਛਲੇ ਦਿਨਾਂ ਦੇ ਵਿੱਚ, ਤੇ ਹੁਣ ਜਦੋਂ ਕੋਲਾ ਘਟ ਰਿਹਾ ਹੈ, ਕੋਲੇ ਦਾ ਸੰਕਟ ਹੈ, ਕੇਂਦਰ ਸਰਕਾਰ ਵੀ ਪੂਲ ਦੇ ਵਿੱਚੋਂ ਬਿਜਲੀ ਨਹੀਂ ਦੇ ਰਹੀ, ਤਾਂ ਪਾਵਰਕਾਮ ਕਿੱਥੋਂ ਬਿਜਲੀ ਪੈਦਾ ਕਰੇਗਾ। ਸੋ ਲੋਕਾਂ ਨੂੰ ਹੀ ਲੰਬੇ ਕੱਟ ਸਹਿਣੇ ਪੈਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮਾਨਸਾ ਦੇ ਘਰਾਂ ਅਤੇ ਖੇਤੀ ਮੋਟਰਾਂ ਦੇ ਵਿੱਚ ਬਿਜਲੀ ਪੂਰਾ ਸਮਾਂ ਨਾ ਆਉਣ ਦੇ ਖਿਲਾਫ ਸਰਕਾਰ ਤੇ ਬਿਜਲੀ ਵਿਭਾਗ ਦੇ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਕਿਸਾਨਾਂ ਨੇ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸਰਕਾਰ ਬਿਆਨਬਾਜ਼ੀ ਛੱਡ ਕੇ ਜ਼ਮੀਨੀ ਪੱਧਰ ਤੇ ਧਿਆਨ ਦੇਵੇ, ਬਿਜਲੀ ਦੀ ਪੂਰੀ ਸਪਲਾਈ ਦੇਵੇ। ਕਿਸਾਨਾਂ ਨੇ ਕਿਹਾ ਕਿ ਜੇ ਉਹਨਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੜਕਾਂ ਤੇ ਜਾਮ ਲਾ ਕੇ ਸਰਕਾਰ ਦੇ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਊਗਾ। ਜੋਗਾ ਦੇ ਵਿੱਚ ਇਹ ਰੋਸ ਮੁਜ਼ਾਹਰਾ ਹੋਇਆ ਹੈ। ਪੰਜਾਬ ਸਰਕਾਰ ਨੇ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਕਿਹਾ ਵੀ ਬਦਲਵੀਆਂ ਫਸਲਾਂ ਬੀਜੋ। ਉਹਦੇ ਅਧੀਨ ਅਸੀਂ ਹੁਣ ਮੂੰਗੀ ਬੀਜਣੀ ਸੀ, ਮੱਕੀ ਬੀਜਣੀ ਆ ਔਰ ਨਰਮਾ ਬੀਜਣਾ। ਸਰਕਾਰ ਵੱਡੇ ਦਾਅਵੇ ਕਰ ਰਹੀ ਆ ਵੀ ਅਸੀਂ ਬਿਜਲੀ ਦੇਵਾਂਗੇ ਤਾਂ ਇਹ ਨਰਮਾ ਦੀ ਬਿਜਾਈ ਸ਼ੁਰੂ ਹੋਊਗੀ। ਹੁਣ ਅਸੀਂ ਨਰਮੇ ਦੀ ਬਿਜਾਈ ਸ਼ੁਰੂ ਕਰਨੀ ਹੈਗੀ, ਉਹਦੇ ਪ੍ਰਤੀ ਅਸੀਂ ਅੱਜ ਗ੍ਰਿਡ ਤੇ ਧਰਨਾ ਦੇਣ ਆਇਆਂਗੇ। ਇਹਨਾਂ ਨੇ ਹਜੇ ਤੱਕ ਬਿਜਲੀ 3-4 ਦਿਨ ਹੋ ਗਏ ਸਾਡੇ ਪਿੰਡਾਂ ਦੇ ਵਿੱਚ ਬਿਜਲੀ ਨਹੀਂ ਦਿੱਤੀ ਜਾ ਰਹੀ। ਹੁਣ ਕਹਿ ਰਹੇ ਨੇ ਕਹਿੰਦੇ 2 ਥਰਮਲ ਪਲਾਂਟ ਬੰਦ ਹੋ ਗਏ। ਇਹ ਜਦੋਂ ਸਾਡੇ ਫਸਲਾਂ ਬੀਜਣੀਆਂ ਹੁੰਦੀਆਂ ਉਦੋਂ ਇਹਨਾਂ ਦੇ ਥਰਮਲ ਪਲਾਂਟ ਬੰਦ ਹੁੰਦੇ ਨੇਗੇ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹ ਸਾਨੂੰ 8 ਘੰਟੇ ਬਿਜਲੀ ਪ੍ਰੋਪਰਲੀ ਸਾਰੇ ਮਤਲਬ ਜ਼ਿਲ੍ਹਿਆਂ ਨੂੰ ਦਿੱਤੀ ਜਾਵੇ, ਜਿਹੜੀ ਕਿ ਹੁਣ ਮੂੰਗੀ ਦੀ ਅਸੀਂ ਬਿਜਾਈ ਕਰ ਸਕੀਏ ਤੇ ਨਰਮੇ ਦੀ ਬਿਜਾਈ ਕਰ ਸਕੀਏ। ਇਹਦੇ ਨਾਲ ਹੁਣ ਇਹ ਸਾਨੂੰ ਬਿਜਲੀ ਦੀ ਕੱਟ ਲਾ ਰਹੇ ਨੇ ਕਿ ਸਾਨੂੰ 3-4 ਦਿਨ ਹੋ ਗਏ ਸਾਡੇ ਪਿੰਡ ਦੇ ਕੱਟ ਲੱਗੇ ਨੂਗੇ। ਉਦੋਂ ਬਾਅਦ ਹੁਣ ਬਿਜਲੀ ਆਈ ਨਹੀਂ ਗਈ। ਅਸੀਂ ਅੱਜ ਫਿਰ ਗ੍ਰਿਡ ਤੇ ਧਰਨਾ ਦਿੱਤਾ ਹੈਗਾ। ਅਸੀਂ ਮੰਗ ਕਰਦੇ ਹਾਂ ਵੀ ਸਾਰੇ ਸੀਜ਼ਨ ਦੇ ਵਿੱਚ ਹੁਣ 8 ਘੰਟੇ ਬਿਜਲੀ ਪ੍ਰੋਪਰਲੀ ਪਿੰਡਾਂ ਨੂੰ ਇਸ ਮੋਟਰਾਂ ਤੇ ਬਿਜਲੀ ਦਿੱਤੀ ਜਾਵੇ, ਨਹੀਂ ਅਸੀਂ ਇਹ ਵੱਡੇ ਐਕਸ਼ਨ ਕਰਾਂਗੇ। ਅੱਜ ਅਸੀਂ ਸੰਕੇਤਕ ਧਰਨਾ ਦਿੱਤਾ ਹੈਗਾ ਵੀ ਇਦੋਂ ਬਾਅਦ ਨਹੀਂ ਅਸੀਂ ਸੜਕਾਂ ਰੋਕਾਂਗੇ ਜਾਂ ਕੋਈ ਹੋਰ ਵੀ ਜਥੇਬੰਦੀ ਵੱਲੋਂ ਜੋ ਕੋਈ ਐਕਸ਼ਨ ਆਇਆ ਉਹ ਐਕਸ਼ਨ ਕਰਾਂਗੇ। ਨਹੀਂ ਅਸੀਂ ਇੱਥੇ ਨਹੀਂ ਟਿਕ ਕੇ ਬੈਠਾਂਗੇ। ਜਦੋਂ ਅਸੀਂ ਫਸਲਾਂ ਬੀਜਣੀਆਂ ਨੇ ਉਦੋਂ ਸਾਨੂੰ ਧਰਨੇ ਦੇਣੇ ਪੈ ਰਹੇ ਨੇ, ਜਦੋਂ ਅਸੀਂ ਖਾਦ ਲੈਣੀ ਉਦੋਂ ਧਰਨੇ ਦੇਣੇ ਪੈ ਰਹੇ ਨੇਗੇ। ਜਦੋਂ ਵੀ ਕੋਈ ਕੰਮ ਕਰਨਾ ਕਿਸਾਨ ਨੇ ਉਦੋਂ ਧਰਨੇ ਦੇ ਕੀ ਕਰਨਾ ਪੈਂਦਾ। ਉਹਨਾਂ ਚਿਰ ਧਰਨੇ ਦਿੱਤੇ ਬਿਨਾਂ ਸਰਕਾਰ ਦੀ ਅੱਖ ਨਹੀਂ ਖੁੱਲ੍ਹਦੀ। ਹੁਣ ਅਸੀਂ ਅੱਜ ਸੰਕੇਤਕ ਧਰਨਾ ਦੇ ਕੇ ਆਵਾਂਗੇ। ਇਦੋਂ ਬਾਅਦ ਜੇ ਨਾ ਸਰਕਾਰ ਨੇ ਉਹ ਕੀਤਾ ਵੱਡਾ ਐਕਸ਼ਨ ਕਰਾਂਗੇ। ਕੋਰੋਨਾ ਦੇ ਵੱਧਦੇ ਮਾਮਲਿਆਂ ਦੀਆਂ ਖਬਰਾਂ ਦੇ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਵਰਚੁਅਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਉਹਨਾਂ ਨੇ ਦੇਸ਼ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਪੂਰੀ ਤਰ੍ਹਾਂ ਦੇ ਨਾਲ ਸਪਸ਼ਟ ਹੈ ਕਿ ਕੋਰੋਨਾ ਦਾ ਖਤਰਾ ਹਾਲੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਸਾਰਿਆਂ ਨੂੰ ਚੌਕਸ ਰਹਿਣ ਦੀ ਲੋੜ ਹੈ। ਮਾਸਕ ਵੀ ਸੁਰੱਖਿਆ ਦੇ ਵਜੋਂ ਪਾ ਲੈਣਾ ਚਾਹੀਦਾ। ਹਾਲਾਂਕਿ ਉਹਨਾਂ ਨੇ ਕੋਈ ਪਾਬੰਦੀ ਨਹੀਂ ਲਾਉਣ ਦਾ ਐਲਾਨ ਕੀਤਾ। ਨਾਲ ਹੀ ਉਹਨਾਂ ਨੇ ਵੈਕਸੀਨੇਸ਼ਨ ਤੇ ਜ਼ਿਆਦਾ ਜ਼ੋਰ ਦਿੱਤਾ ਹੈ ਕਿ ਹਰ ਕਿਸੇ ਦੀ ਵੈਕਸੀਨੇਸ਼ਨ
ਵੈਕਸੀਨੇਸ਼ਨ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ ਕਿ 96% ਬਾਲਗ ਆਬਾਦੀ ਨੂੰ ਕੋਵਿਡ-19 ਦਾ ਘੱਟੋ-ਘੱਟ ਇੱਕ ਟੀਕਾ ਲੱਗ चुका है। की आर्थिक मदद भी की जा रही है। साथियों, बीते 2 वर्षों में कोरोना को लेकर ये हमारी 24वीं मीटिंग है। कोरोना काल में जिस तरह केंद्र और राज्यों ने मिलकर काम किया, उसने कोरोना के खिलाफ देश की लड़ाई में अहम भूमिका निभाई है। मैं सभी मुख्यमंत्रियों, राज्य सरकारों और अधिकारियों के साथ सभी कोरोना वॉरियर्स की प्रशंसा करता हूं कि जो युद्ध की परिस्थिति पैदा हुई है और जिस प्रकार से सप्लाई चेन प्रभावित हुई है, और ऐसे माहौल में दिनों दिन चुनौतियां बढ़ती जा रही हैं। ये संकट, वैश्विक संकट, अनेक चुनौतियां लेकर के आ रहा है। ऐसे संकट के समय में केंद्र और राज्यों के बीच तालमेल को, कोऑपरेटिव फेडरलिज्म की भावना को और बढ़ाना अनिवार्य हो गया है। ਭਾਰਤ ਦੇ ਵਿੱਚ ਵੱਧਦੀ ਮਹਿੰਗਾਈ ਦੇ ਮੁੱਦੇ ਤੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲੇ ਨੇ। ਉਹਨਾਂ ਨੇ ਸੂਬਿਆਂ ਦੇ ਉੱਤੇ ਮਹਿੰਗਾਈ ਦੀ ਗਾਜ ਹੈ ਜਿਹੜੀ ਉਹ ਸੁੱਟ ਦਿੱਤੀ ਹੈ ਇੱਕ ਤਰੀਕੇ ਦੇ ਨਾਲ, ਕਿਉਂਕਿ ਮੋਦੀ ਨੇ ਕਿਹਾ ਕਿ ਪੈਟਰੋਲ ਡੀਜ਼ਲ ਦੇ ਉੱਤੇ ਜਿਹੜਾ ਸੂਬਾ ਸਰਕਾਰਾਂ ਦੇ ਵੱਲੋਂ ਵੈਟ ਲਾਇਆ ਜਾਂਦਾ ਹੈ ਉਹ ਉਸ ਵੈਟ ਨੂੰ ਘਟਾ ਕੇ ਮਹਿੰਗਾਈ ਤੋਂ ਲੋਕਾਂ ਨੂੰ ਰਾਹਤ ਦੇਣ। ਉਹਨਾਂ ਨੇ ਕਿਹਾ ਕਿ ਅਸੀਂ ਵੀ ਪਿਛਲੇ ਸਾਲ ਵੈਟ ਘਟਾ ਦਿੱਤਾ ਸੀ, ਪਰ ਇੱਥੇ ਬੜੀ ਸਪਸ਼ਟ ਜੀ ਗੱਲ ਹੈ ਕਿ ਵੈਟ ਭਾਵੇਂ ਘਟਾ ਦਿੱਤਾ ਪਰ ਪੈਟਰੋਲ ਤੇ ਡੀਜ਼ਲ ਦੇ ਭਾਅ ਤਾਂ ਹੁਣ ਪਿਛਲੇ ਦਿਨਾਂ ਤੋਂ ਕਿੰਨੇ ਵਧੇ ਨੇ। ਇਹ ਪੈਸਿਆਂ ਦੇ ਰੂਪ ਚ ਨਹੀਂ ਬਲਕਿ ਟੋਟਲ ਜੇ ਹਿਸਾਬ ਲਾ ਲਈਏ ਤਾਂ ਰੁਪਈਆਂ ਦੇ ਰੂਪ ਚ ਪੈਟਰੋਲ ਤੇ ਡੀਜ਼ਲ ਦੇ ਭਾਅ ਵਧੇ ਨੇ। ਤੇ ਭਾਅ ਕੋਈ ਇਹ ਨਹੀਂ ਕਿ ਕੱਲੀਆਂ ਜਿਹੜੀਆਂ ਕੰਪਨੀਆਂ ਨੇ, ਤੇਲ ਕੰਪਨੀਆਂ, ਉਹ ਕੱਚਾ ਤੇਲ ਮਹਿੰਗਾ ਹੋਣ ਕਰਕੇ ਵਧਾਈ ਜਾ ਰਹੀਆਂ ਨੇ, ਸਰਕਾਰਾਂ ਦੇ ਟੈਕਸ ਵੀ ਇਹਦੇ ਵਿੱਚ ਵਧਦੇ ਨੇ। ਇਸੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸੂਬੇ ਦੇ ਵਿੱਚ ਵੱਖਰੇ ਤੌਰ ਤੇ ਮੰਤਰੀਆਂ ਅਤੇ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ, ਕੋਵਿਡ ਦੇ ਹਾਲਾਤਾਂ ਦਾ ਜਾਇਜ਼ਾ ਲਿਆ, ਸਿਹਤ ਤੇ ਗ੍ਰਹਿ ਵਿਭਾਗਾਂ ਦੇ ਨਾਲ ਮੀਟਿੰਗ ਹੋਈ ਹੈ। ਇਸ ਮੀਟਿੰਗ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਨੇ ਪੰਜਾਬੀਆਂ ਨੂੰ ਰਾਹਤ ਦਿੰਦਿਆਂ ਕਿਹਾ ਕਿ ਫਿਲਹਾਲ ਪੰਜਾਬ ਦੇ ਵਿੱਚ ਮਾਸਕ ਨਾ ਪਾਉਣ ਤੇ ਕੋਈ ਜੁਰਮਾਨਾ ਜਾਂ ਚਲਾਨ ਨਹੀਂ ਹੋਏਗਾ, ਉਂਝ ਇਹਤਿਆਤ ਦੇ ਵਜੋਂ ਮਾਸਕ ਪਾਇਆ ਜਾ ਸਕਦਾ ਹੈ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਹਾਲਾਤ ਪੂਰੀ ਤਰ੍ਹਾਂ ਦੇ ਨਾਲ ਕਾਬੂ ਵਿੱਚ ਨੇ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਲੋਕਾਂ ਨੂੰ ਭੀੜ ਭੜੱਕੇ ਵਾਲੇ ਇਲਾਕਿਆਂ ਵਿੱਚ ਮਾਸਕ ਪਾ ਕੇ ਜਾਣ ਦੀ ਐਡਵਾਈਜ਼ਰੀ ਤਾਂ ਕਹਿੰਦੇ ਜ਼ਰੂਰ ਜਾਰੀ ਕੀਤੀ ਗਈ ਹੈ, ਪਰ ਜੁਰਮਾਨਾ ਕੋਈ ਨਹੀਂ ਹੋਵੇਗਾ। ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਕਾਂਗਰਸੀ ਲੀਡਰ ਅਤੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੂੰ ਨੋਟਿਸ ਭੇਜਿਆ ਹੈ। ਰੰਧਾਵਾ ਭੜਕ ਗਏ ਨੇ, ਕਿਹਾ ਕਿ ਮੈਨੂੰ ਨੋਟਿਸ ਬਾਰੇ ਕੋਈ ਜਾਣਕਾਰੀ ਨਹੀਂ, ਡਿਪਾਰਟਮੈਂਟ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਦਰਅਸਲ ਟਰਾਂਸਪੋਰਟ ਵਿਭਾਗ ਨੇ ਰੰਧਾਵਾ ਨੂੰ ਨੋਟਿਸ ਭੇਜ ਕੇ ਕੈਬਨਿਟ ਰੈਂਕ ਵਾਲੀ ਗੱਡੀ ਵਾਪਸ ਕਰਨ ਦੇ ਲਈ ਕਿਹਾ ਹੈ। ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਤੇ ਘਟੀਆ ਰਾਜਨੀਤੀ ਕਰਨ ਦਾ ਇਲਜ਼ਾਮ ਲਾਇਆ ਹੈ। ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਦੇ ਬਾਹਰ ਟੈਂਪੂ ਚਾਲਕਾਂ ਦੇ ਵੱਲੋਂ ਧਰਨਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਜੁਗਾੜੂ ਮੋਟਰਸਾਈਕਲ ਰੇੜੀਆਂ ਨੂੰ ਬੰਦ ਕਰਨ ਦੀ ਮੰਗ ਕੀਤੀ। ਦਰਅਸਲ ਪਿਛਲੇ ਦਿਨੀ ਸਰਕਾਰ ਨੇ ਪਹਿਲਾਂ ਤਾਂ ਰੇੜੀਆਂ ਜਿਹੜੀਆਂ ਜੁਗਾੜੂ ਰੇੜੀਆਂ ਨੇ ਉਹਨਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ, ਪਰ ਫਿਰ ਇਹ ਐਲਾਨ ਵਾਪਸ ਕਰ ਲਿਆ ਗਿਆ ਸੀ। ਪੰਜਾਬ ਪੁਲਿਸ ਦੇ ਜ਼ਰੀਏ ਇਹ ਜਿਹੜਾ ਹੁਕਮ ਜਾਰੀ ਹੋਇਆ ਸੀ ਤੇ ਹੁਣ ਟੈਂਪੂ ਚਾਲਕਾਂ ਯਾਨੀ ਕਿ ਛੋਟੇ ਵਾਹਨ ਚਾਲਕ ਨੇ ਜਿਹੜੇ, ਉਹਨਾਂ ਸਾਰਿਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਵਿੱਢ ਦਿੱਤਾ ਹੈ। ਉਹਨਾਂ ਦਾ ਤਰਕ ਹੈ ਕਿ ਮੋਟਰਸਾਈਕਲ ਰੇੜੀਆਂ ਜਿਹੜੀਆਂ ਬਣਾਈਆਂ ਜਾਂਦੀਆਂ ਨੇ, ਜਿਹੜੀਆਂ ਕਿ ਗੈਰ ਕਾਨੂੰਨੀ ਨੇ, ਨਾ ਇਹ ਟੈਕਸ ਤਾਰਦੀਆਂ ਨੇ, ਨਾ ਇਹ ਹੋਰ ਕੋਈ ਵੀ ਸਰਕਾਰੀ ਫੀਸ ਅਦਾ ਕਰਦੀਆਂ ਨੇ, ਤੇ ਇਹ ਸਿਰਫ ਤੇ ਸਿਰਫ ਸਾਡੇ ਜਿਹੜੇ ਰੋਜ਼ੀ ਰੋਟੀ ਹੈ ਉਸ ਤੇ ਲੱਤ ਮਾਰ ਰਹੀਆਂ ਨੇ, ਤੇ ਅਸੀਂ ਜਦ ਕਿ ਸਾਰਾ ਟੈਕਸ ਵਗੈਰਾ ਤਾਰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 2 ਮਈ ਨੂੰ ਮੰਤਰੀ ਮੰਡਲ ਦੀ ਬੈਠਕ ਸੱਦ ਲਈ ਹੈ। ਸੋਮਵਾਰ ਨੂੰ 4 ਵਜੇ ਇਹ ਬੈਠਕ ਹੈ ਜਿਹੜੀ ਉਹ ਚੰਡੀਗੜ੍ਹ ਪੰਜਾਬ ਸਿਵਲ ਸਕੱਤਰੇਤ ਦੇ ਵਿੱਚ ਹੋਵੇਗੀ। ਮੀਟਿੰਗ ਦਾ ਏਜੰਡਾ ਹਲੇ ਜਾਰੀ ਨਹੀਂ ਕੀਤਾ ਗਿਆ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਹੁਣ ਜਲਦ ਹੀ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਚੱਲਣਗੀਆਂ। ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਹੈ। ਦਿੱਲੀ ਦੌਰੇ ਦੌਰਾਨ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਦੇ ਵਿਚਾਲੇ ਇਸ ਮੁੱਦੇ ਤੇ ਗੱਲਬਾਤ ਹੋਈ ਸੀ, ਜਿਸ ਤੋਂ ਬਾਅਦ ਅਧਿਕਾਰੀ ਪੱਧਰ ਤੇ ਇਹ ਬੈਠਕ ਹੋਈ ਹੈ ਤੇ ਉਹਨਾਂ ਨੇ ਦਾਅਵਾ ਕੀਤਾ ਕਿ ਛੇਤੀ ਇਹ ਬੱਸਾਂ ਦੌੜਨਗੀਆਂ।
ਤੁਹਾਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ 8 ਫੇਸ ਦੇ ਵਿੱਚ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਦੇ ਦੋਵੇਂ ਦਰਵਾਜ਼ਿਆਂ ਨੂੰ ਜਿੰਦਰੇ ਮਾਰ ਦਿੱਤੇ ਗਏ। ਇੱਥੇ ਪਿਛਲੇ 80 ਦਿਨਾਂ ਤੋਂ ਇੱਕ ਧਰਨਾ ਚੱਲ ਰਿਹਾ ਹੈ। ਧਰਨਾ ਇਤਿਹਾਸ ਬਚਾਓ ਸਿੱਖੀ ਬਚਾਓ ਮੋਰਚੇ ਦੇ ਵੱਲੋਂ ਲਾਇਆ ਗਿਆ ਹੈ। ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਇਸ ਮੋਰਚੇ ਦੀ ਅਗਵਾਈ ਕਰ ਰਹੇ ਨੇ। ਮਸਲਾ ਹੈ ਬੋਰਡ ਦੇ ਵੱਲੋਂ ਛਾਪੀਆਂ ਗਈਆਂ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਸਿੱਖਾਂ ਦਾ ਗਲਤ ਇਤਿਹਾਸ ਦਰਜ ਕੀਤੇ ਜਾਣ ਦਾ, ਸਿੱਖ ਗੁਰੂਆਂ ਦੇ ਬਾਰੇ ਗਲਤ ਸ਼ਬਦਾਵਲੀ ਦਰਜ ਕੀਤੇ ਜਾਣ ਦਾ। ਇਸ ਨੂੰ ਲੈ ਕੇ ਉਹਨਾਂ ਨੇ ਪਿਛਲੀ ਸਰਕਾਰ ਕਾਂਗਰਸ ਸਰਕਾਰ ਵੇਲੇ ਤੋਂ ਧਰਨਾ ਸ਼ੁਰੂ ਕੀਤਾ ਹੋਇਆ। ਨਵੀਂ ਸਰਕਾਰ ਬਣ ਗਈ ਹੈ ਪਰ ਇਹਨਾਂ ਦੇ ਮਸਲੇ ਦਾ ਹੱਲ ਨਹੀਂ ਹੋਇਆ। ਰੋਸ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ 27 ਅਪ੍ਰੈਲ ਨੂੰ ਬੋਰਡ ਦੀ ਇਮਾਰਤ ਦੇ ਦੋਵੇਂ ਗੇਟ ਬੰਦ ਕਰ ਦਿੱਤੇ। ਸਵੇਰੇ 8 ਵਜੇ ਗੇਟ ਬੰਦ ਕਰਕੇ ਸ਼ਾਂਤਮਈ ਤਰੀਕੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ। ਰੋਸ ਮੁਜ਼ਾਹਰੇ ਦੇ ਮੌਕੇ ਅਦਾਕਾਰ ਅਮਿਤੋਜ ਮਾਨ ਵੀ ਪਹੁੰਚੇ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਕੁਝ ਘੰਟਿਆਂ ਬਾਅਦ ਇੱਕ ਗੇਟ ਪਾਸੇ ਵਾਲਾ ਜਿਹੜਾ ਦਰਵਾਜ਼ਾ ਉਹ ਜ਼ਰੂਰ ਖੋਲ ਦਿੱਤਾ ਗਿਆ ਕਿਉਂਕਿ ਵਿਦਿਆਰਥੀਆਂ ਦੇ ਪੇਪਰ ਨੇੜੇ ਹੋਣ ਕਰਕੇ ਵਿਦਿਆਰਥੀ ਆਪਣੇ ਮਾਪਿਆਂ ਸਮੇਤ ਇੱਥੇ ਰੋਲ ਨੰਬਰ ਵਗੈਰਾ ਲੈਣ ਵਾਸਤੇ ਆ ਰਹੇ ਸੀ। ਇਹਨਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਕਰਕੇ ਇੱਕ ਗੇਟ ਹੈ ਜਿਹੜਾ ਉਹ ਖੋਲ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਤੇ ਇਹਨਾਂ ਨੂੰ ਇਹ ਚਾਹੀਦਾ ਸੀ ਵੀ ਜਿਹੜਾ ਪੰਜਾਬ ਦਾ ਇਤਿਹਾਸ, ਸਿੱਖ ਇਤਿਹਾਸ, ਗੁਰਬਾਣੀ ਇਹ ਜਿਹੜੀ ਇਸ ਤਰ੍ਹਾਂ ਗਲਤ ਜਿਹੜੀ ਆ ਉਹ ਪੜ੍ਹਾਈ ਜਾ ਰਹੀ ਆ, ਇਹ ਜਿਹੜੀ ਇਹਨਾਂ ਕਿਤਾਬਾਂ ਦੇ ਉੱਤੇ ਪਹਿਲਾਂ ਬੈਨ ਹੋਵੇ, ਇਹ ਕਿਤਾਬਾਂ ਸਹੀ ਪੜ੍ਹਾਈਆਂ ਜਾਣ। ਪਹਿਲਾਂ ਇਹਨੂੰ ਤਾਂ ਸਵਾਰ ਲਓ। ਦਿੱਲੀੋਂ ਕੀ ਲੈਣ ਗਏ ਜੇ? ਦਿੱਲੀ ਦੇ ਵਿੱਚ ਤੇ ਉੱਥੇ RSS ਦਾ ਜਿਹੜਾ ਉਹ ਪੂਰਾ ਜ਼ੋਰ ਆ ਤੇ ਉੱਥੇ ਤਾਂ ਇਹੋ ਕੁਛ ਹੀ ਆ ਕਿ ਉੱਥੋਂ ਜਿਹੜੀ ਰਹਿੰਦੀ ਕਸਰ ਹੈ ਉਹ ਕੱਢਣ ਵਾਸਤੇ ਇਹ ਉੱਥੇ ਦਿੱਲੀ ਗਏ ਨੇ। ਮੈਂ ਤਾਂ ਇਹ ਕਹੂੰਗਾ ਪਹਿਲਾਂ ਇੱਥੋਂ ਵਾਲਾ ਤਾਂ ਸਵਾਰ ਲੈਣ, ਫਿਰ ਉੱਥੇ ਦਿੱਲੀ ਦਾ ਵੀ ਜਿਹੜਾ ਮਾਡਲ ਉਹ ਤਿਆਰ ਕਰ ਲੈਣ। ਛਡਿਅੰਤਰ ਰਚਿਆ ਜੇ ਵੀ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਫਸਲ ਪੈਦਾ ਕਰਦੇ ਆ, ਉਹ ਆਪ ਨਹੀਂ ਖਾਂਦੇ, ਭਾਵ ਉਹ ਜ਼ਹਿਰ ਪੈਦਾ ਕਰਦੇ ਆ। ਉਹ ਖੇਤੀ ਨੀਤੀ ਕਿੰਨੇ ਲਿਆਉਣੀ ਆ? ਤੂੰ ਖੇਤੀ ਮੰਤਰੀ ਹੈ, ਦੱਸ ਕੀ ਕੀਤਾ? ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਦਿਓ। ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਨੂੰ ਜਗਾਤਾ, ਸੰਸਾਰ ਦੇ ਲੋਕਾਂ ਨੂੰ ਜਗਾਤਾ। ਤੁਹਾਡੀ ਸਾਜ਼ਿਸ਼ ਕੋਈ ਕਾਮਯਾਬ ਨਾ ਹੋਈ ਹੈ ਤੇ ਨਾ ਹੋਵੇਗੀ। ਇਸ ਕਰਕੇ ਅਕਲ ਤੋਂ ਕੰਮ ਲਓ। ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ 3 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਦਿੱਲੀ ਬੈਠਕ ਦੇ ਵਿੱਚ ਇਹ ਮੁੱਦਾ ਚੁੱਕਿਆ ਜਾਵੇਗਾ ਤੇ ਉਹਨਾਂ ਨੇ ਇਹ ਵੀ ਰੋਸ ਜਤਾਇਆ ਕਿ ਪੁਰਾਣੇ ਸਿੱਖਿਆ ਮੰਤਰੀ ਤੇ ਨਵੇਂ ਸਿੱਖਿਆ ਮੰਤਰੀ ਦੋਵਾਂ ਨੇ ਸਾਨੂੰ ਮੁੱਦੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਪਰ ਹਾਲੇ ਤੱਕ ਇਹ ਮੁੱਦਾ ਹੱਲ ਨਹੀਂ ਕੀਤਾ ਗਿਆ। ਪਹਿਲੀ ਸਰਕਾਰ ਦਾ ਜਿਹੜਾ ਮੰਤਰੀ ਸੀ ਸਰਦਾਰ ਪ੍ਰਗਟ ਸਿੰਘ ਸਿੱਖਿਆ ਮੰਤਰੀ, ਉਹਨੇ ਵੀ ਇੱਥੇ ਆ ਕੇ ਸਾਨੂੰ ਭਰੋਸਾ ਦਿਵਾਇਆ। 3-4 ਵਾਰ ਸਾਡੇ ਕੋਲ ਇੱਥੇ ਆਇਆ ਵੀ। ਫਿਰ ਉਸ ਤੋਂ ਬਾਅਦ ਇੱਥੇ ਜਿਹੜਾ ਹੁਣ ਮੌਜੂਦਾ ਜਿਹੜੀ ਸਰਕਾਰ ਹੈ ਉਹ ਸਿੱਖਿਆ ਮੰਤਰੀ ਜਿਹੜੇ ਮੀਤ ਹੇਰ ਨੇ ਉਹਨਾਂ ਨਾਲ ਵੀ 4 ਮੀਟਿੰਗਾਂ ਹੋ ਚੁੱਕੀਆਂ ਨੇ। ਸਪੀਕਰ ਸਾਹਿਬ ਜਿਹੜੇ ਨੇ ਉਹਨਾਂ ਦੇ ਨਾਲ ਵੀ ਜਿਹੜੀ ਸੀ ਗੱਲਬਾਤ ਹੋਈ ਔਰ ਉਹਨਾਂ ਨੇ ਖੁਦ ਆਪਣੇ ਘਰ ਸੱਦ ਕੇ ਮੀਟਿੰਗ ਵੀ ਕਰਾਈ ਤੇ ਭਰੋਸਾ ਵੀ ਦਿਵਾਇਆ। ਲੇਕਿਨ ਉਹ ਭਰੋਸਾ ਹੀ ਹੈ, ਅਜੇ ਤੱਕ ਗੱਲ ਸਿਰੇ ਨਹੀਂ ਚੜ੍ਹੀ, ਜਿਸ ਕਰਕੇ ਅੱਜ ਸਾਨੂੰ ਜਿਹੜਾ ਹੈ ਇਹ ਐਕਸ਼ਨ ਕਰਨਾ ਪਿਆ। ਜਿਹੜੇ ਕਿ ਅਸੀਂ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਹ 2 ਗੇਟ ਨੇ, ਦੋਵੇਂ ਸਾਨੂੰ ਜਿਹੜੇ ਗੇਟ ਸੀ ਇਹ ਬੰਦ ਕਰਨੇ। 3 ਮਈ ਨੂੰ ਜਿਹੜੀ ਆ ਉਹ ਦਿੱਲੀ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ SKM ਦੀ ਮੀਟਿੰਗ ਰੱਖੀ ਗਈ ਔਰ ਤੁਹਾਨੂੰ ਪਤਾ ਹੈ ਕਿ SKM ਨੇ ਇਸ ਸੰਘਰਸ਼ ਨੂੰ ਜਿਹੜਾ ਉਹ ਨਾਲ ਸਹਿਯੋਗ ਦੇਣ ਦਾ, ਲੜਨ ਦਾ ਜਿਹੜਾ ਉਹ ਉਹਨਾਂ ਨੇ ਵਾਅਦਾ ਕੀਤਾ ਹੋਇਆ ਔਰ ਇਹ ਵੀ ਬਾਕੀ ਮੰਗਾਂ ਦਾ ਵੀ ਇੱਕ ਇਤਿਹਾਸ ਹੈ ਜਿਹੜਾ ਇਹ ਵੀ ਇੱਕ ਹਿੱਸਾ। ਉਹ ਸਮਝਦੇ ਨੇ ਕਿ ਜਿਹੜੀਆਂ ਵੀ ਅੱਜ ਤੱਕ ਪੰਜਾਬ ਤੋਂ ਜਿਹੜੇ ਅੰਦੋਲਨ ਚੱਲੇ ਨੇ ਉਹ ਇਤਿਹਾਸ ਦੀ ਬਦੌਲਤ ਚੱਲੇ ਨੇ ਤੇ ਇਸ ਇਤਿਹਾਸ ਨੂੰ ਬਚਾਉਣਾ ਅਤੀ ਜ਼ਰੂਰੀ ਹੈ। ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਕੇਜਰੀਵਾਲ ਨੂੰ ਘੇਰਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘੇਰਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਤੇ ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਸਾਡੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ 1 ਅਪ੍ਰੈਲ ਤੋਂ ਬਾਅਦ ਕੋਈ ਵੀ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ। ਪਰ ਹੁਣ ਤੁਸੀਂ ਚੁੱਪ ਕਿਉਂ ਬੈਠੇ ਹੋ? ਧੋਖੇ ਦੀ ਰਾਜਨੀਤੀ ਕਰਨ ਦੀ ਕੇਜਰੀਵਾਲ ਦੀ ਸ਼ੈਲੀ ਰਵਾਇਤੀ ਪਾਰਟੀਆਂ ਦੇ ਨਾਲੋਂ ਵੀ ਬਹੁਤ ਮਾੜੀ ਹੈ, ਖਹਿਰਾ ਨੇ ਇਲਜ਼ਾਮ ਲਾਏ ਨੇ। ਠੰਡਾ ਦੇ ਵਿੱਚ ਇੱਕ ਦੁਰਘਟਨਾ ਵਾਪਰੀ ਹੈ ਜਿੱਥੇ ਕਣਕ ਦੇ ਗੋਦਾਮ ਵਿੱਚ ਅੱਗ ਲੱਗ ਗਈ। ਪਨਗਰੇਨ ਦੇ ਗੋਦਾਮ ਦੇ ਵਿੱਚ ਲੱਗੀ ਅੱਗ ਨਾਲ ਕਣਕ ਦੀਆਂ 12,000 ਬੋਰੀਆਂ ਸੜ ਗਈਆਂ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ। ਸੰਗਰੂਰ ਦੀ ਲੋਕ ਸਭਾ ਸੀਟ ਤੇ ਪਿਛਲੇ ਕਈ ਸਾਲਾਂ ਤੋਂ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਵੱਲੋਂ ਕਾਬਜ਼ ਸਨ ਤੇ ਹੁਣ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਨੇ ਤਾਂ ਸੰਗਰੂਰ ਦੀ ਲੋਕ ਸਭਾ ਸੀਟ ਹਥਿਆਉਣ ਦੇ ਲਈ ਸਾਰੀਆਂ ਪਾਰਟੀਆਂ ਤਰਲੋ ਮੱਛੀ ਹੋਣ ਲੱਗੀਆਂ ਨੇ। ਇਸੇ ਦਰਮਿਆਨ ਗੁਰਦਾਸਪੁਰ ਦੇ ਲੋਕ ਇਹ ਖਬਰ ਸੁਣ ਕੇ ਬੜੇ ਹੈਰਾਨ ਹੋਣਗੇ ਕਿਉਂਕਿ ਗੁਰਦਾਸਪੁਰ ਹਲਕੇ ਤੋਂ ਬੀਜੇਪੀ ਦੇ ਲੋਕ ਸਭਾ ਮੈਂਬਰ ਸੰਨੀ ਦਿਓਲ ਨੂੰ ਆਪਣੇ ਇਲਾਕੇ ਦੇ ਲੋਕਾਂ ਦੀ ਸਿਹਤ ਦੀ ਚਿੰਤਾ ਹੋਣ ਲੱਗੀ ਹੈ। ਸੰਨੀ ਦਿਓਲ ਨੇ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਦਾਅਵਾ
ਦਾਅਵਾ ਕੀਤਾ ਹੈ ਕਿ ਗੁਰਦਾਸਪੁਰ ਨੂੰ ਛੇਤੀ ਹੀ ਵੱਡਾ ਤੋਹਫਾ ਮਿਲੂਗਾ। ਸਨੀ ਦਿਓਲ ਨੇ ਫੇਸਬੁੱਕ ਤੇ ਪੋਸਟ ਕੀਤੀ ਹੈ, ਨਾਲ ਹੀ ਫੋਟੋ ਵੀ ਸਾਂਝੀ ਕੀਤੀ ਹੈ ਮੰਤਰੀ ਨਾਲ ਮੁਲਾਕਾਤ ਦੀ। ਕਹਿੰਦੇ ਮੈਂ ਆਪਣੇ ਲੋਕ ਸਭਾ ਦੇ ਇਲਾਕਾ ਨਿਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਦੇ ਨਾਲ ਸਿਹਤ ਸਮੱਸਿਆਵਾਂ ਨੂੰ ਲੈ ਕੇ ਬੈਠਕ ਹੋਈ ਹੈ ਤੇ ਉਹਨਾਂ ਨੂੰ ਸਿਹਤ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ ਹੈ। ਸਰਹੱਦੀ ਖੇਤਰ ਹੋਣ ਕਰਕੇ ਲੋਕਾਂ ਨੂੰ ਆਪਣੇ ਇਲਾਜ ਲਈ ਬਹੁਤ ਦੂਰ ਤੱਕ ਜਾਣਾ ਪੈਂਦਾ। ਉਹਨਾਂ ਤੋਂ ਕਹਿੰਦੇ ਮੰਗ ਕੀਤੀ ਹੈ ਕਿ ਇਲਾਕੇ ਦੇ ਵਿੱਚ ਏਮਸ ਜਾਂ ਫਿਰ PGI ਦਾ ਸੈਟੇਲਾਈਟ ਕੇਂਦਰ ਸਥਾਪਿਤ ਕੀਤਾ ਜਾਵੇ। ਸੋ ਲੱਗਦਾ ਹੈ ਕਿ ਜੇ ਸਨੀ ਦਿਓਲ ਦੀ ਇਹ ਮੰਗ ਮੰਨ ਲਈ ਜਾਂਦੀ ਹੈ ਤਾਂ ਉਹਨਾਂ ਦੇ ਲੋਕਾਂ ਦੀ ਜੋ ਨਾਰਾਜ਼ਗੀ ਹੈ ਉਹ ਥੋੜੀ ਬਹੁਤੀ ਦੂਰ ਕਰਨ ਦੇ ਵਿੱਚ ਕਾਮਯਾਬ ਜ਼ਰੂਰ ਹੋ ਜਾਣਗੇ। ਇਸ PTC ਪੰਜਾਬਣ ਕੇਸ ਦੇ ਵਿੱਚ ਇੱਕ ਅਪਡੇਟ ਆਈ ਹੈ। ਮੋਹਾਲੀ ਪੁਲਿਸ ਨੇ 5 ਫੇਜ਼ ਦੇ ਵਿੱਚ ਸਥਿਤ ਹੋਟਲ JD ਰੈਜ਼ੀਡੈਂਸੀ ਦੇ ਮਾਲਕ ਦਿਨੇਸ਼ ਕੁਮਾਰ ਅਰੋੜਾ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ PTC ਦੇ MD ਰਵਿੰਦਰ ਨਾਰਾਇਣ ਪਹਿਲਾਂ ਹੀ ਗ੍ਰਿਫਤਾਰ ਨੇ, ਜੁਡੀਸ਼ੀਅਲ ਹਿਰਾਸਤ ਦੇ ਵਿੱਚ ਨੇ। ਹੋਟਲ ਮਾਲਕ ਦਿਨੇਸ਼ ਕੁਮਾਰ ਜੋ ਮੋਹਾਲੀ ਹੋਟਲ ਤੇ ਰੈਸਟੋਰੈਂਟ ਐਸੋਸੀਏਸ਼ਨ ਦਾ ਪ੍ਰਧਾਨ ਵੀ ਹੈ, ਉਸ ਨੂੰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਤੇ ਇਸ ਮਾਮਲੇ ਦੇ ਨਾਲ ਜੁੜੀ ਹੋਈ ਦੂਸਰੀ ਅਪਡੇਟ ਇਹ ਹੈ ਕਿ ਜੇਲ੍ਹ ਦੇ ਵਿੱਚ ਬੰਦ MD ਰਵਿੰਦਰ ਨਾਰਾਇਣ ਦੀ ਸਿਹਤ ਠੀਕ ਨਹੀਂ ਹੈ ਤੇ ਜੇਲ੍ਹ ਦੇ ਵਿੱਚ ਵਧੀਆ ਸਹੂਲਤਾਂ ਦਿਵਾਉਣ ਨੂੰ ਲੈ ਕੇ ਦਾਇਰ ਕੀਤੀ ਗਈ ਪਟੀਸ਼ਨ ਤੇ ਸੁਣਵਾਈ ਕਰਦਿਆਂ ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਨੇ ਕਿ ਸਾਰੀਆਂ ਜ਼ਰੂਰੀ ਸਿਹਤ ਸਹੂਲਤਾਂ ਰਵਿੰਦਰ ਨਾਰਾਇਣ ਨੂੰ ਮੁਹੱਈਆ ਕਰਵਾਈਆਂ ਜਾਣ। ਮੇਘਾਲਿਆ ਦੇ ਸ਼ਿਲੌਂਗ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰਾ ਵਸਦਾ ਹੈ। ਪਿਛਲੇ 4 ਸਾਲਾਂ ਤੋਂ ਉੱਥੇ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਤੇ ਇਸ ਵਿਵਾਦ ਦੇ 4 ਸਾਲਾਂ ਬਾਅਦ ਸ਼ਿਲੌਂਗ ਦੇ ਸਿੱਖ ਹੁਣ ਪੰਜਾਬੀ ਲੈਣ ਦੀ ਥਾਂ ਆਖਿਰਕਾਰ ਕਿਤੇ ਹੋਰ ਵਸਣ ਨੂੰ ਤਿਆਰ ਹੋ ਗਏ ਨੇ। ਸ਼ਿਲੌਂਗ ਦੀ ਸਰਕਾਰ ਨੇ ਆਖਿਰਕਾਰ ਉਹਨਾਂ ਨੂੰ ਤਿਆਰ ਕਰ ਹੀ ਲਿਆ ਹੈ। ਸ਼ਿਲੌਂਗ ਦੀ ਹਰੀਜਨ ਕਲੋਨੀ, ਜਿਸ ਨੂੰ ਪੰਜਾਬੀ ਲੇਨ ਅਤੇ ਥੇਮ ਆਈਵ ਮੋਲੋਂਗ ਵੀ ਕਿਹਾ ਜਾਂਦਾ ਹੈ, ਉੱਥੋਂ ਦੇ ਵਸਨੀਕ ਬੇਦਖਲੀ ਮੁਹਿੰਮ ਦੇ ਨਾਲ ਜੁੜੇ ਫਿਰਕੂ ਵਿਵਾਦ ਤੋਂ 4 ਸਾਲਾਂ ਤੋਂ ਜੂਝ ਰਹੇ ਸੀ ਤੇ ਹੁਣ ਇਹ ਸਾਰੇ ਕੁਝ ਸ਼ਰਤਾਂ ਦੇ ਤਹਿਤ ਪੁਨਰਵਾਸ ਕਰਨ ਦੇ ਲਈ ਸਹਿਮਤ ਹੋ ਗਏ ਨੇ। ਇਸ ਕਲੋਨੀ ਦੇ ਵਿੱਚ 3.5 ਏਕੜ ਜ਼ਮੀਨ ਦੇ ਉੱਤੇ 342 ਦਲਿਤ ਭਾਈਚਾਰੇ ਦੇ ਲੋਕ ਰਹਿੰਦੇ ਨੇ, ਪਿਛੜੀ ਜਾਤੀ ਭਾਈਚਾਰੇ ਦੇ ਲੋਕ ਰਹਿੰਦੇ ਨੇ ਤੇ ਮੇਘਾਲਿਆ ਦੇ ਉਪ ਮੁੱਖ ਮੰਤਰੀ ਪ੍ਰੈਸਟਨ ਟਾਈਨਸਰੋਂਗ ਨੇ ਕਿਹਾ ਹੈ ਕਿ ਪੰਜਾਬੀ ਲੈਣ ਦੇ ਵਸਨੀਕਾਂ ਦੀ ਨੁਮਾਇੰਦਗੀ ਕਰਨ ਵਾਲੀ ਹਰੀਜਨ ਪੰਚਾਇਤ ਕਮੇਟੀ ਨੇ ਕੁਝ ਸ਼ਰਤਾਂ ਦੇ ਨਾਲ ਮੁੜ ਵਸੇਬਾ ਕਰਨ ਦੇ ਲਈ ਸਹਿਮਤੀ ਪੱਤਰ ਸੌਂਪ ਦਿੱਤਾ ਹੈ ਤੇ ਇਹਨਾਂ ਸਾਰਿਆਂ ਦੀ ਮੁੱਖ ਸ਼ਰਤ ਇਹ ਹੈ ਕਿ ਸਾਰੇ ਪਰਿਵਾਰਾਂ ਨੂੰ ਇੱਕੋ ਥਾਂ ਤੇ ਵਸਾਉਂਦੇ ਹੋਏ 200 ਵਰਗ ਮੀਟਰ ਜਗ੍ਹਾ ਪ੍ਰਤੀ ਪਰਿਵਾਰ ਦਿੱਤੀ ਜਾਵੇ। ਇਸ ਦੇ ਲਈ ਉਹਨਾਂ ਨੇ ਮੇਘਾਲਿਆ ਦੀ ਰਾਜਧਾਨੀ ਦੇ ਯੂਰਪੀਅਨ ਵਾਰਡ ਨੂੰ ਤਰਜੀਹ ਦਿੱਤੀ ਹੈ ਕਿ ਉੱਥੇ ਅਸੀਂ ਰਹਿ ਸਕਦੇ ਹਾਂ, ਉੱਥੇ ਅਸੀਂ ਪੁਨਰਵਾਸ ਕਰ ਸਕਦੇ ਹਾਂ। ਹੋਰ ਸ਼ਰਤਾਂ ਦੇ ਵਿੱਚ ਇਲਾਕੇ ਵਿੱਚੋਂ ਇੱਕ ਗੁਰਦੁਆਰਾ, ਇੱਕ ਚਰਚ, 2 ਮੰਦਿਰ, ਇੱਕ ਵਾਲਮੀਕੀ ਆਸ਼ਰਮ ਅਤੇ ਗੁਰੂ ਨਾਨਕ ਸਕੂਲ ਨੂੰ ਸ਼ਿਫਟ ਨਾ ਕਰਨਾ ਹੋਊਗਾ। ਲਗਭਗ 60 ਭਾਈਚਾਰੇ ਦੇ ਦੁਕਾਨਦਾਰਾਂ ਨੂੰ ਆਪਣਾ ਕਾਰੋਬਾਰ ਜਾਰੀ ਰੱਖਣ ਦੇਣਾ ਅਤੇ ਹਰ ਪਰਿਵਾਰ ਨੂੰ 20 ਲੱਖ ਰੁਪਏ ਦਾ ਭੁਗਤਾਨ ਕਰਨਾ ਵੀ ਸ਼ਾਮਲ ਹੈ ਤੇ ਸਰਕਾਰ ਇਹਨਾਂ ਸਾਰੀਆਂ ਸ਼ਰਤਾਂ ਨੂੰ ਮੰਨਣ ਦੇ ਲਈ ਰਾਜ਼ੀ ਹੋ ਗਈ ਹੈ। 31 ਮਈ 2018 ਦਾ ਉਹ ਦਿਨ ਜਦੋਂ ਕੁਝ ਔਰਤਾਂ ਅਤੇ ਇੱਕ ਬੱਸ ਡਰਾਈਵਰ ਦੇ ਵਿਚਾਲੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਇਹ ਕਲੋਨੀ ਵਿਵਾਦ ਦਾ ਕੇਂਦਰ ਬਣ ਗਈ ਸੀ ਤੇ ਉੱਥੋਂ ਦੇ ਜਿਹੜੇ ਸਥਾਨਕ ਲੋਕ ਨੇ, ਹਾਲਾਂਕਿ ਇਹ ਸਿੱਖ ਭਾਈਚਾਰੇ ਦੇ ਲੋਕ ਵੀ ਹੁਣ ਕਈ ਦਹਾਕਿਆਂ ਤੋਂ ਉੱਥੇ ਰਹਿੰਦੇ ਨੇ, ਬੱਚਿਆਂ ਦੇ ਉੱਥੇ ਜਨਮ ਹੋਏ ਨੇ, ਉੱਥੋਂ ਦੇ ਸਥਾਨਕ ਹੀ ਨੇ, ਪਰ ਜਿਹੜੇ ਆਪਣੇ ਆਪ ਨੂੰ ਉੱਥੇ ਸਥਾਨਕ ਹੋਣ ਦਾ ਦਾਅਵਾ ਕਰਦੇ ਨੇ, ਉਹਨਾਂ ਨੇ ਇੱਕ ਜੰਗ ਵਿੱਢ ਦਿੱਤੀ ਸੀ ਕਿ ਇਸ ਭਾਈਚਾਰੇ ਨੂੰ ਇੱਥੋਂ ਉਠਾ ਦਿੱਤਾ ਜਾਵੇ। ਉਦੋਂ ਦਾ ਖਾਲਸ TV ਨੇ ਪ੍ਰਮੁੱਖਤਾ ਦੇ ਨਾਲ ਇਹ ਖਬਰਾਂ ਦਿਖਾਈਆਂ ਸੀ। ਸ਼ਿਲੌਂਗ ਦੇ ਵਿੱਚ ਜਾ ਕੇ ਪੂਰਾ ਲਗਾਤਾਰ 1.5 ਮਹੀਨਾ ਰਿਪੋਰਟਿੰਗ ਵੀ ਕੀਤੀ ਸੀ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੀ ਵਫਦ, ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਕਈ ਵਾਰੀ ਉੱਥੇ ਜਾਂਦੇ ਰਹੇ ਨੇ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਕਈ ਵਾਰੀ ਹੁਕਮ ਜਾਰੀ ਹੋਏ ਨੇ। ਉਹ ਜਿਹੜਾ ਫਿਰਕੂ ਵਿਵਾਦ ਬਣ ਗਿਆ ਸੀ ਉਸ ਨੂੰ ਹੁਣ ਕਿਤੇ ਨਾ ਕਿਤੇ ਸੁਲਝਾਉਣ ਦੇ ਵਿੱਚ ਸਰਕਾਰ ਅਤੇ ਇਹ ਭਾਈਚਾਰੇ ਦੇ ਲੋਕ ਨੇ ਜਿਹੜੇ ਉਹ ਕਾਮਯਾਬ ਹੋ ਗਏ ਨੇ। ਦਰਅਸਲ ਉਦੋਂ ਇਹ ਜਿਹੜੀ ਲੜਾਈ ਹੈ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਉੱਥੋਂ ਦੇ ਕਬਾਇਲੀ ਨੌਜਵਾਨਾਂ ਨੇ ਕੁਝ ਦਿਨਾਂ ਦੇ ਲਈ ਤਾਂ ਕਲੋਨੀ ਨੂੰ ਘੇਰਾ ਪਾ ਲਿਆ ਸੀ। ਅਧਿਕਾਰੀਆਂ ਨੂੰ ਉੱਥੇ ਕਰਫਿਊ ਤੱਕ ਲਾਉਣਾ ਪੈ ਗਿਆ ਸੀ ਤੇ ਉਹ ਅੜ ਗਏ ਸੀ ਕਿ ਇਹਨਾਂ ਲੋਕਾਂ ਨੂੰ ਇੱਥੋਂ ਬਾਹਰ ਕੱਢਿਆ ਜਾਵੇ ਤੇ ਉਸ ਥਾਂ ਦੇ ਉੱਤੇ ਸਰਕਾਰ ਦੇ ਵੱਲੋਂ ਵਪਾਰਕ ਕੰਪਲੈਕਸ ਬਣਾਉਣ ਦੀ ਯੋਜਨਾ ਉਲੀਕੀ ਗਈ ਸੀ। ਬੁਲੇਟਿਨ ਦੇ ਵਿੱਚ ਹੁਣ ਤੁਹਾਨੂੰ ਪੂਰੇ ਭਾਰਤ ਤੇ ਪੂਰੀ ਦੁਨੀਆ ਤੋਂ ਕੁਝ ਖਾਸ ਤੇ ਵੱਡੀਆਂ ਖਬਰਾਂ ਦੱਸ ਦਿੰਦੇ ਹਾਂ। ਤਾਮਿਲਨਾਡੂ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਬੁੱਧਵਾਰ ਨੂੰ ਤੰਜਾਵੁਰ ਜ਼ਿਲ੍ਹੇ ਦੇ ਵਿੱਚ ਮੰਦਿਰ ਚੋਂ ਰੱਥ ਯਾਤਰਾ ਕੱਢੀ ਗਈ। ਇਸ ਦੌਰਾਨ ਕਰੰਟ ਲੱਗ ਕੇ 11 ਜਣਿਆਂ ਦੀ ਮੌਤ ਹੋ ਗਈ। ਹਾਦਸਾ ਉਦੋਂ ਹੋਰ ਦੁਖਦਾਈ ਹੋ ਗਿਆ ਜਦੋਂ ਮਰਨ ਵਾਲਿਆਂ ਦੇ ਵਿੱਚ ਬੱਚੇ ਵੀ ਸ਼ਾਮਿਲ ਪਾਏ ਗਏ। ਇਹ ਲੋਕ ਹਾਈ ਟੈਂਸ਼ਨ ਟਰਾਂਸਮਿਸ਼ਨ ਲਾਈਨ ਦੇ ਸੰਪਰਕ ਵਿੱਚ ਆ ਗਏ ਸੀ। ਦਰਦਨਾਕ ਹਾਦਸਾ ਬੁੱਧਵਾਰ ਤੜਕੇ ਕਲੀਮੇਡੋ ਨੇੜੇ ਉਸ ਵਕਤ ਵਾਪਰਿਆ ਜਦੋਂ ਮੰਦਿਰ ਦੀ ਰੱਥ ਯਾਤਰਾ ਚੱਲ ਰਹੀ ਸੀ। ਪੁਲਿਸ ਤੇ ਚਸ਼ਮਦੀਦਾਂ ਨੇ ਦੱਸਿਆ ਕਿ ਰੱਥ ਇੱਕ ਮੋੜ ਤੋਂ ਲੰਘ ਰਿਹਾ ਸੀ। ਰੱਥ ਤੇ ਖੜੇ ਲੋਕ ਹਾਈ ਵੋਲਟੇਜ ਤਾਰ ਦੀ ਚਪੇਟ ਵਿੱਚ ਆ ਗਏ।
ਕਰੰਟ ਲੱਗਣ ਕਾਰਨ ਰੱਥ ਵੀ ਪੂਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ। ਹਾਦਸੇ ਵਿੱਚ 3 ਹੋਰ ਲੋਕ ਜ਼ਖਮੀ ਵੀ ਹੋਏ ਨੇ। ਜ਼ਖਮੀਆਂ ਨੂੰ ਤੰਜਾਵੁਰ ਦੇ ਮੈਡੀਕਲ ਕਾਲਜ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। दरअसल मंदिर ਦੇ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ। ਇਸ ਉਤਸਵ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਿਰ ਦੇ ਵਿੱਚ ਇਕੱਠੇ ਹੋਏ ਸੀ। ਰਵਾਇਤੀ ਰੱਥ ਯਾਤਰਾ ਕੱਢੀ ਜਾ ਰਹੀ ਸੀ। ਜਦੋਂ ਰੱਥ ਨੂੰ ਮੋੜਿਆ ਜਾ ਰਿਹਾ ਸੀ ਤਾਂ ਉੱਪਰੋਂ ਲੰਘ ਰਹੀ ਹਾਈ ਵੋਲਟੇਜ ਬਿਜਲੀ ਦੀ ਤਾਰ ਰੱਥ ਨੂੰ ਛੂ ਗਈ ਤੇ ਰੱਥ ਵਿੱਚ ਮੌਜੂਦ ਲੋਕਾਂ ਨੂੰ ਮੌਕੇ ਤੇ ਹੀ ਕਰੰਟ ਲੱਗ ਗਿਆ। ਹਫੜਾ ਦਫੜੀ ਮਚ ਗਈ ਅਤੇ ਘਟਨਾ ਵਾਲੀ ਥਾਂ ਤੇ 11 ਜਣੇ ਵੀ ਮਚ ਕੇ ਖਤਮ ਹੋ ਗਏ। ਤਾਮਿਲਨਾਡੂ ਦੇ ਮੁੱਖ ਮੰਤਰੀ MK ਸਟਾਲਿਨ ਨੇ ਘਟਨਾ ਵਾਲੀ ਥਾਂ ਦਾ ਤੁਰੰਤ ਦੌਰਾ ਕੀਤਾ। ਮ੍ਰਿਤਕਾਂ ਦੇ ਪਰਿਵਾਰਾਂ ਲਈ 5-5 ਲੱਖ ਰੁਪਏ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਇਸ ਹਾਦਸੇ ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਿਲੀਫ ਫੰਡ ਦੇ ਵਿੱਚੋਂ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50-50 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਲਖਨਊ ਦੇ ਵਿੱਚ ਵੀ ਇੱਕ ਘਟਨਾ ਵਾਪਰੀ ਹੈ। ਚਿਨਹੌਟ ਦੇ ਮਲਹੌਰ ਇਲਾਕੇ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਸਟਾਫ ਨਰਸ ਦੇ ਹੱਥੋਂ ਤਿਲਕ ਕੇ ਫਰਸ਼ ਉੱਤੇ ਡਿੱਗਣ ਕਾਰਨ ਇੱਕ ਨਵਜਨਮੇ ਬੱਚੇ ਦੀ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ ਦੇ ਵਿੱਚ ਮੌਤ ਦਾ ਕਾਰਨ ਸਿਰ ਤੇ ਸੱਟ ਲੱਗਣ ਦੀ ਪੁਸ਼ਟੀ ਹੋ ਗਈ ਹੈ। ਪੁਲਿਸ ਨੇ ਨਰਸ ਅਤੇ ਹਸਪਤਾਲ ਦੇ ਸਟਾਫ ਖਿਲਾਫ ਕੇਸ ਦਰਜ ਕਰ ਲਿਆ। ਘਟਨਾ 19 ਅਪ੍ਰੈਲ ਨੂੰ ਵਾਪਰੀ ਪਰ ਮੰਗਲਵਾਰ ਦੇਰ ਰਾਤ ਹੀ ਮੀਡੀਆ ਨੂੰ ਇਸ ਬਾਰੇ ਪਤਾ ਲੱਗਿਆ। ਪੁਲਿਸ ਦੀ ਜਾਣਕਾਰੀ ਮੁਤਾਬਿਕ ਹਸਪਤਾਲ ਦੀ ਨਰਸ ਤੇ ਹੋਰ ਸਟਾਫ ਮੈਂਬਰਾਂ ਦੇ ਖਿਲਾਫ 24 ਅਪ੍ਰੈਲ ਨੂੰ ਲਾਪਰਵਾਹੀ, ਅਪਰਾਧਿਕ ਧਮਕੀ ਅਤੇ ਸਵੈ ਇੱਛਾ ਦੇ ਨਾਲ ਯਾਨੀ ਕਿ ਜਾਣ ਬੁੱਝ ਕੇ ਸੱਟ ਮਾਰਨ ਕਾਰਨ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਹਾਲੇ ਤੱਕ ਹਸਪਤਾਲ ਜਾਂ ਇਸ ਦੇ ਸਟਾਫ ਖਿਲਾਫ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ ਹੈ। ਮ੍ਰਿਤਕ ਬੱਚੇ ਦੇ ਪਿਤਾ ਅਤੇ ਮਾਂ ਦੋਵੇਂ ਸਦਮੇ ਦੇ ਵਿੱਚ ਨੇ। ਜਿਹੜੀ ਪੂਨਮ ਨਾਮ ਦੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਸੀ, ਉਹ ਪੂਰੀ ਤਰ੍ਹਾਂ ਸਦਮੇ ਦੇ ਵਿੱਚ ਹੈ। ਬੱਚੇ ਦੇ ਪਿਤਾ ਜੀਵਨ ਨੇ ਦੱਸਿਆ ਹੈ ਕਿ ਬੱਚਾ ਤਾਂ ਠੀਕ-ਠਾਕ ਪੈਦਾ ਹੋਇਆ ਸੀ ਪਰ ਨਰਸ ਨੇ ਬੱਚੇ ਨੂੰ ਬਿਨਾਂ ਤੌਲੀਏ ਤੋਂ ਹੱਥਾਂ ਦੇ ਵਿੱਚ ਲੈ ਕੇ ਦੇਖਿਆ ਤਾਂ ਇਸ ਦੌਰਾਨ ਬੱਚਾ ਉਸਦੇ ਹੱਥਾਂ ਵਿੱਚੋਂ ਤਿਲਕ ਕੇ ਥੱਲੇ ਡਿੱਗ ਗਿਆ। ਸੁਪਰੀਮ ਕੋਰਟ ਨੇ ਕੇਂਦਰ ਨੂੰ ਦੇਸ਼ਧਰੋਹ ਕਾਨੂੰਨ ਦੀ ਸੰਵਿਧਾਨਿਕ ਵੁਕਤ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਹਫ਼ਤੇ ਦੇ ਅੰਤ ਤੱਕ ਆਪਣਾ ਰੁਖ ਸਪਸ਼ਟ ਕਰਨ ਦਾ ਹੁਕਮ ਦਿੱਤਾ ਹੈ। ਚੀਫ ਜਸਟਿਸ NV ਰਾਮਨਾ ਦੇ ਬੈਂਚ ਨੇ ਕਿਹਾ ਕਿ ਉਸ ਮਾਮਲੇ ਤੇ 5 ਮਈ ਤੋਂ ਅੰਤਿਮ ਸੁਣਵਾਈ ਸ਼ੁਰੂ ਕਰਨਗੇ ਅਤੇ ਸੁਣਵਾਈ ਨੂੰ ਮੁਲਤਵੀ ਕਰਨ ਦੀ ਕਿਸੇ ਅਪੀਲ ਤੇ ਵਿਚਾਰ ਨਹੀਂ ਕੀਤੀ ਜਾਵੇਗੀ। ਮਿਆਂਮਾਰ ਤੋਂ ਖਬਰ ਹੈ ਜਿੱਥੇ ਲੰਘੇ ਸਾਲ ਫੌਜ ਨੇ ਤਖਤਾ ਪਲਟ ਕੀਤਾ ਹੈ। ਉੱਥੋਂ ਦੀ ਲੀਡਰ ਸੂ ਕੀ ਨੂੰ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਮਿਆਂਮਾਰ ਦੀ ਬੇਦਖਲ ਲੀਡਰ ਸਾਨ ਸੂ ਕੀ ਪਹਿਲਾਂ ਤੋਂ ਹੀ ਜੇਲ੍ਹ ਦੇ ਵਿੱਚ ਬੰਦ ਸੀ ਤੇ ਹੁਣ ਭ੍ਰਿਸ਼ਟਾਚਾਰ ਦੇ ਪਹਿਲੇ ਕੇਸ ਵਿੱਚ 5 ਸਾਲ ਜੇਲ੍ਹ ਦੇ ਵਿੱਚ ਸੂਕੀ ਨੂੰ ਹੋਰ ਰਹਿਣਾ ਪਵੇਗਾ। ਚੀਨ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ। ਚੀਨ ਜਿਹੜਾ ਕਿ ਕਿਸੇ ਨੂੰ ਅਪੀਲ ਘੱਟ ਹੀ ਕਰਦਾ ਹੈ, ਹਮੇਸ਼ਾ ਤਿੱਖੇ ਰੂਪ ਦੇ ਵਿੱਚ ਹੀ ਚੇਤਾਵਨੀ ਦਿੰਦਾ ਹੈ, ਪਰ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਮੁਲਕ ਵਿੱਚ ਕੰਮ ਕਰ ਰਹੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ। ਕਰਾਚੀ ਯੂਨੀਵਰਸਿਟੀ ਵਿੱਚ ਹੋਏ ਆਤਮਘਾਤੀ ਹਮਲੇ ਦੇ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕਰੇ। ਹਮਲੇ ਦੇ ਵਿੱਚ 3 ਚੀਨੀ ਅਧਿਆਪਕ ਮਾਰੇ ਗਏ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਪਾਕਿਸਤਾਨ ਦੇ ਵਿੱਚ ਚੀਨੀ ਨਾਗਰਿਕਾਂ ਤੇ ਹੋਏ ਤਾਜ਼ਾ ਹਮਲੇ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਚੀਨੀ ਨਾਗਰਿਕਾਂ ਦਾ ਖੂਨ ਨਹੀਂ ਵਹਾਇਆ ਜਾ ਸਕਦਾ। ਇਸ ਘਟਨਾ ਦੇ ਲਈ ਜ਼ਿੰਮੇਵਾਰ ਲੋਕਾਂ ਤੋਂ ਕੀਮਤ ਵਸੂਲੀ ਜਾਵੇ। ਪਾਕਿਸਤਾਨ ਦੇ ਬਰਖਾਸਤ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਗਲੇ ਮਹੀਨੇ ਈਦ ਤੋਂ ਬਾਅਦ ਅਦਾਲਤਾਂ ਦਾ ਸਾਹਮਣਾ ਕਰਨ ਲਈ ਲੰਡਨ ਤੋਂ ਪਾਕਿਸਤਾਨ ਪਰਤਣਗੇ। PMNL ਦੇ ਸੀਨੀਅਰ ਲੀਡਰ ਨੇ ਇਹ ਗੱਲ ਨਵੀਂ ਸਰਕਾਰ ਵੱਲੋਂ 3 ਵਾਰੀ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਪਾਸਪੋਰਟ ਜਾਰੀ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਕਹੀ ਹੈ। 72 ਸਾਲਾ PMNL ਸੁਪਰੀਮੋ ਜਿਨ੍ਹਾਂ ਦੇ ਵਿਰੁੱਧ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਦਰਜ ਕੀਤੇ ਗਏ ਸੀ, ਨਵੰਬਰ 2019 ਵਿੱਚ ਲੰਡਨ ਰਵਾਨਾ ਹੋ ਗਏ ਸੀ, ਜਦਕਿ ਲਾਹੌਰ ਹਾਈ ਕੋਰਟ ਨੇ ਉਹਨਾਂ ਨੂੰ ਇਲਾਜ ਲਈ ਸਿਰਫ 4 ਹਫ਼ਤੇ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ ਪਰ 19 ਤੋਂ ਬਾਅਦ ਮੁੜ ਕੇ ਪਰਤੇ ਹੀ ਨਹੀਂ ਤੇ ਹੁਣ ਲੱਗਦਾ ਹੈ ਕਿ ਨਵਾਜ਼ ਸ਼ਰੀਫ ਵਾਪਸ ਆ ਜਾਣਗੇ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ। ਧੰਨਵਾਦ।